ਪੰਜਾਬੀ ਹੈਰਲਡ ਟੀਵੀ ਅਤੇ ਪੰਜਾਬੀ ਹੈਰਲਡ ਨਿਊਜ਼ ਵੈਬਸਾਈਟ ਦੇ ਨਾਲ ਸਾਂਝ ਪਾ ਰਹੇ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਬੁੱਧਵਾਰ ਨਿਊਜ਼ੀਲੈਂਡ ਦੇ ਦੱਖਣੀ ਆਈਲੈਂਡ ਦੇ ਵਿੱਚ ਸ਼ਹਿਰ ਕ੍ਰਾਈਸਟਚਰਚ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਵਿਖੇ ਇੱਕ ਬਹੁਤ ਹੀ ਜਿਹੜੀ ਦੁਰਘਟਨਾ, ਦੁਰਭਾਗਿਆ ਘਟਨਾ ਹੋਈ ਆ, ਜਿਹਦੇ ਵਿੱਚ ਸਾਡੇ ਉੱਥੇ ਸਵੇਰੇ ਗ੍ਰੰਥੀ ਸਿੰਘਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਤੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ। ਸੋ ਉਹ ਥੋੜ੍ਹੇ ਜਿਹਾ ਸਥਿਰ ਹੋ ਗਏ ਆ ਤੇ ਉਹਨਾਂ ਦੇ ਪਲਾਸਟਰ ਵਗੈਰਾ ਲੱਗ ਕੇ ਉਹ ਘਰ ਆ ਗਏ ਆ ਤੇ ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਸਲ 'ਚ ਕਹਾਣੀ ਕੀ ਹੋਈ ਆ ਤੇ ਕਿੱਦਾਂ ਕਿਸੇ ਨੇ ਹਮਲਾ ਕੀਤਾ, ਕਿਉਂਕਿ ਇਹ ਬਹੁਤ ਹੀ ਇੱਕ ਸੀਰੀਅਸ ਜਿਹੜਾ ਸਾਡੇ ਲਈ ਇੱਥੇ ਮੈਟਰ ਹੈਗਾ, ਕਿਉਂਕਿ ਦੂਰ ਤੋਂ ਜਿਹੜੇ ਆਉਂਦੇ ਆ, ਚਾਹੇ ਕੋਈ ਕੰਮ ਕਰਨ ਆਉਂਦਾ, ਚਾਹੇ ਰਿਲੀਜੀਅਸ ਵਰਕ ਆ, ਇੱਕ ਉਹਨਾਂ ਦੀ ਆਪਣੀ ਇੰਪੋਰਟੈਂਸ ਆ। ਸੋ ਉਹਨਾਂ ਦੇ ਨਾਲ ਸਾਂਝ ਪਾਉਂਦੇ ਆ ਗੁਰਪ੍ਰੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਧਰਮ ਪਤਨੀ ਜੀ, ਉਹਨਾਂ ਨੂੰ ਫਤਿਹ ਬੁਲਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਜੀ, ਕੀ ਹਾਲ ਨੇ? ਤੁਹਾਡੀ ਫਤਿਹ ਬੜੀ ਥੱਲੇ ਆ, ਕਿ ਥੋੜਾ ਗੱਜ ਕੇ ਫਤਿਹ ਬੁਲਾਓ ਦੁਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਸੱਟ ਲੱਗੀ ਆ ਤੇ ਤਕਲੀਫ ਹੋਊਗੀ, ਪੇਨ ਹੋਊਗੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗਾ, ਜਿਹੜੀ ਵੀ ਇਹ ਘਟਨਾ ਹੋਈ ਆ, ਇਹ ਬਹੁਤ ਹੀ ਜਿਹੜੀ ਮਾੜੀ ਘਟਨਾ ਹੋਈ ਆ, ਜਿਹਨੇ ਵੀ ਹਮਲਾ ਕੀਤਾ। ਸੋ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਵੇ ਤਾਂ ਬਹਿ ਕੇ ਵੀ ਵਿਚਾਰੀ ਜਾ ਸਕਦੀ ਆ, ਜਾਂ ਫਿਰ ਲੁੱਟ ਖੋਹ ਦੀ ਵਾਰਦਾਤ ਹੋਵੇ, ਉਹਦੇ ਅਲੱਗ ਤਰ੍ਹਾਂ ਦੇ ਜਿਹੜੇ ਲੱਛਣ ਹੁੰਦੇ ਨੇ। ਸੋ ਸਾਰੀ ਗੱਲਬਾਤ ਬਾਰੇ ਤੁਹਾਡੇ ਕੋਲ ਇਹ ਜਾਣਕਾਰੀ ਅਸੀਂ ਲਵਾਂਗੇ। ਸੋ ਸਭ ਤੋਂ ਪਹਿਲਾਂ ਇਹ ਦੱਸੋ, ਇਹ ਕਿਸ ਤਰੀਕ ਦੀ ਘਟਨਾ ਆ ਤੇ ਕਿੰਨੇ ਵਜੇ ਦੀ ਘਟਨਾ ਆ, ਤੇ ਉਹਦੇ ਬਾਰੇ ਚਾਨਣਾ ਪਾਓ ਤਾਂ ਕਿ ਪਤਾ ਲੱਗੇ ਵੀ ਕਦੋਂ ਦੀ ਗੱਲ ਆ ਇਹ ਜੀ 15 ਤਰੀਕ ਦੀ ਘਟਨਾ ਹੈ, ਸਵੇਰੇ 6 ਵਜੇ ਦੀ। ਅੱਛਾ ਜੀ। ਤੇ ਮੈਂ ਡੇਲੀ ਦੀ ਤਰ੍ਹਾਂ ਡਿਊਟੀ ਜਾਂਦਾ ਸੀ ਗੁਰਦੁਆਰਾ ਸਾਹਿਬ। ਸਵੇਰੇ 6 ਵਜੇ ਮੇਰੀ ਡਿਊਟੀ ਦਾ ਟਾਈਮ ਸੀ। 5:30 ਵਜੇ ਮੈਂ ਘਰੋਂ ਤੁਰਦਾ ਸੀ ਤੇ ਰੋਜ਼ ਡੋਰ ਓਪਨ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ, ਤੇ ਉਦੋਂ ਅਚਾਨਕ ਪਤਾ ਨਹੀਂ ਕਿਉਂ ਗੁਰਦੁਆਰਾ ਸਾਹਿਬ ਦਾ ਡੋਰ ਕਲੋਜ਼ ਸੀ। ਇਹ ਪੂਰਾ ਗੇਟ ਲੱਗਾ ਹੁੰਦਾ ਸੀਗਾ ਕਿਦਾਂ? ਪੂਰਾ ਦੋ ਗੇਟ ਦੇ ਕਿਦਾਂ ਦੇ ਦੋ ਪੱਲੇ ਹੈਗੇ ਜਾਂ ਔਰ ਇਲੈਕਟ੍ਰਿਕ ਗੇਟ ਹੈਗਾ ਵੀ ਇੱਕ ਸਾਈਡ ਤੇ ਖੁੱਲ ਜਾਂਦਾ? ਦੋ ਡੋਰ ਆ। ਅੱਛਾ, ਦੋ ਪੱਲੇ ਆ, ਇੱਕ ਉੱਧਰ ਇੱਕ ਉੱਧਰ ਏਦਾਂ ਅੰਦਰ ਨੂੰ ਖੁੱਲਦੇ ਨੇ। ਅੱਛਾ ਜੀ। ਹਾਂਜੀ। ਤੇ ਉਸ ਦਿਨ ਖੁੱਲੇ ਨਹੀਂ ਸੀਗੇ? ਉਸ ਦਿਨ ਖੁੱਲੇ ਨਹੀਂ ਸੀ, ਬਿਲਕੁਲ ਬੰਦ ਸੀ। ਥੋੜੀ ਜਿਹੀ ਸਪੇਸ ਸੀ, ਜਿਵੇਂ ਕੋਈ ਤੁਰ ਕੇ ਲੰਘ ਸਕਦਾ, ਉਹਨਾਂ ਕੁ ਖੁੱਲਾ ਸੀ, ਬਿਲਕੁਲ ਉਹਨਾਂ ਕੁ। ਅੱਛਾ, ਜੰਦਾ ਨਹੀਂ ਲੱਗਾ ਸੀ ਪਰ ਉਦਾਂ ਜਿੱਦਾਂ ਜਿੰਦਾ ਭਿੜਿਆ ਹੋਇਆ ਸੀ। ਹਾਂਜੀ, ਮੇਰੇ ਨਾਲ ਤੋਂ ਮੇਰੇ ਜਾਣ ਤੋਂ ਪਹਿਲਾਂ ਦੂਸਰਾ ਸਿੰਘ ਰੋਜ਼ ਖੋਲ ਦਿੰਦਾ ਸੀ। ਤੇ ਉਸ ਦਿਨ ਪਤਾ ਨਹੀਂ 6 ਮਹੀਨੇ ਲਗਾਤਾਰ ਖੁੱਲ ਰਿਹਾ ਸੀ, ਉਸ ਦਿਨ ਪਤਾ ਨਹੀਂ ਕਿਉਂ ਨਹੀਂ ਖੁੱਲਾ। ਤੇ ਫਿਰ ਮੈਂ ਗੇਟ ਤੇ ਗੱਡੀ ਜਦੋਂ ਰੋਕੀ ਤੇ ਮੈਂ ਗੱਡੀ ਅੰਦਰ ਪਾਰਕ ਕਰਦਾ ਨਾ, ਗੇਟ ਖੋਲਣ ਲਈ ਮੈਂ ਉਤਰਿਆ। ਤੇ ਜਦੋਂ ਗੇਟ ਖੋਲ ਲਿਆ ਵਾਪਸ, ਜਦੋਂ ਗੇਟ ਖੋਲ ਕੇ ਵਾਪਸ ਆਉਣ ਲੱਗਾ ਗੱਡੀ 'ਚ ਬੈਠਣ ਲਈ, ਤੇ ਉਧਰੋਂ 3-4 ਮੁੰਡੇ ਹਥਿਆਰ ਸੀ ਉਹਨਾਂ ਕੋਲ, ਬੇਸਬਾਲ ਸੀ, ਕਾਫੀ ਮੋਟੇ ਮੋਟੇ ਡੰਡੇ ਸੀ। ਤੇ ਉਹਨਾਂ ਨੇ ਆਉਂਦੇ ਮੇਰੇ ਤੇ ਕੋਈ ਆਵਾਜ਼ ਨਹੀਂ, ਕੋਈ ਹੈ ਕੁਛ ਨਹੀਂ, ਸਿੱਧਾ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਉਹ ਗੁਰਪ੍ਰੀਤ, ਜਿਹੜੇ ਮੁੰਡੇ ਸੀਗੇ, ਜਿਹੜੇ ਹਮਲਾਵਰ ਸੀਗੇ, ਉਹ ਮਤਲਬ ਤੁਹਾਨੂੰ ਲੱਗਦਾ ਤੁਹਾਡੇ ਸੱਜੇ ਖੱਬੇ ਕਿਤੇ ਬਾਹਰ ਰੋਡ ਦੇ ਉੱਤੇ ਲੁਕੇ ਹੋਏ ਸੀਗੇ? ਹਾਂਜੀ, ਬਿਲਕੁਲ ਲੁਕੇ ਸੀ। ਉਹਨਾਂ ਦਾ ਧਿਆਨ ਸੀ ਕਿ ਕਦੋਂ ਇਹ ਆਵੇ, ਏਦਾਂ ਕੋਈ ਟਾਈਮਿੰਗ ਸੀ, ਕਿਉਂਕਿ ਕੋਈ ਕਾਰਨ ਹੋਣਾ ਚਾਹੀਦਾ, ਕੋਈ ਖੋਹਣ ਦਾ ਜਾਂ ਕੋਈ ਵੀ। ਤੁਹਾਡੇ ਕੋਲ ਉਹਨਾਂ ਨੇ ਜਦੋਂ ਤੁਹਾਡੇ ਪਿੱਛੋਂ ਇੱਕ ਤਰ੍ਹਾਂ ਨਾਲ ਹਮਲਾ ਕੀਤਾ ਹੋਊਗਾ ਤੇ ਤੁਹਾਨੂੰ ਆ ਕੇ ਜੱਫਾ ਪਾਇਆ ਕਿ ਸਿੱਧਾ ਤੁਹਾਡੇ ਕੁਛ ਮਾਰਿਆ ਉਹਨਾਂ ਨੇ? ਸਿੱਧਾ ਹੀ ਅਟੈਕ। ਬੇਸਬਾਲ ਸੀ ਸਾਰਿਆਂ ਦੇ ਹੱਥ 'ਚ, ਸਾਰਿਆਂ ਨੇ ਅਟੈਕ ਹੀ ਸ਼ੁਰੂ ਕਰਤਾ, ਭੱਜ ਕੇ ਆ ਗਏ ਇੱਕਦਮ। ਤੇ ਤੁਹਾਡੇ ਬੇਸਬਾਲ ਕਿੱਥੇ ਲੱਗੀ ਹੈ? ਜਿੱਦਾਂ ਬਾਂਹ ਦੇ ਉੱਤੇ ਲੱਗੀ? ਸਾਰੀਆਂ ਬਾਹਾਂ ਤੇ, ਮੋਢਿਆਂ ਤੇ। ਇਹ ਹੈ ਕਿ ਮੈਂ ਮੋਟਾ ਕੋਟ ਪਾਇਆ ਸੀ, ਕੱਪੜੇ ਪਾਏ ਸੀ ਜ਼ਿਆਦਾ, ਤਾਂ ਕਰਕੇ ਉਹਦੇ ਕਰਕੇ ਵੀ ਥੋੜਾ ਜ਼ਿਆਦਾ ਬਚਾਅ ਹੋ ਗਿਆ, ਨਹੀਂ ਤੇ ਬਾਂਹ ਪੂਰੀ ਜਾ ਸਕਦੀ ਸੀ। ਸਿਰ 'ਚ ਵੀ ਲੱਗ ਸਕਦਾ ਤੇ ਮਰਡਰ ਕੇਸ, ਹੋਰ ਮਰਡਰ ਬਣ ਸਕਦਾ ਸੀ। ਤੇ ਫਿਰ ਤੁਸੀਂ ਜਿੰਨਾ ਕੁ ਜਿੱਦਾਂ ਸੱਟ ਤਾਂ ਕਾਫੀ ਤੁਹਾਡੇ ਜਿੱਦਾਂ ਲੱਗੀ ਆ, ਬਾਂਹ ਦਿਖਾਇਓ ਜਰਾ ਕਿਸ ਤਰ੍ਹਾਂ ਦੀ ਆ? ਬਾਂਹ ਦੇ ਉੱਤੇ ਪਲਸਤਰ ਲੱਗਾ ਹੋਇਆ? ਹਾਂਜੀ, ਆ ਗੁੱਟ ਤੋਂ, ਹੱਥ ਤੋਂ ਲੈ ਕੇ ਇੱਥੇ ਮੋਢੇ ਤੱਕ ਸਾਰੇ ਪਲਸਤਰ ਲੱਗਾ ਹੈ। ਕੀ ਡਾਕਟਰ ਨੇ ਕੀ ਦੱਸਿਆ ਵੀ ਫ੍ਰੈਕਚਰ ਕਿੱਥੇ ਹੋਇਆ? ਕਿਹੜੀ ਹੱਡੀ ਟੁੱਟੀ ਆ ਬਾਂਹ ਦੀ? ਬਾਂਹ ਦੀ ਹੱਡੀ ਟੁੱਟੀ ਹੈ ਜੀ, ਇੱਥੋਂ ਜਿੱਥੇ ਗੁੱਟ ਤੋਂ ਲੈ ਕੇ ਇੱਥੇ ਕੂਹਣੀ ਤੋਂ ਵਿਚਾਲੇ? ਹਾਂਜੀ। ਤੇ ਉਹਨਾਂ ਨੇ ਪਲਾਸਟਰ ਲਾਇਆ, ਕਿਉਂਕਿ ਨਿਊਜ਼ੀਲੈਂਡ 'ਚ ਪਲਾਸਟਰ ਉਦੋਂ ਹੀ ਲਾਉਂਦੇ ਆ ਜਦੋਂ ਬਿਲਕੁਲ ਕਲੀਅਰ ਹੋ ਜਾਵੇ ਵੀ ਹੱਡੀ ਟੁੱਟੀ ਹੋਈ ਆ। ਤੇ ਹੱਥ ਦਿਖਾਇਓ, ਹੱਥ ਦੇ ਉੱਤੇ ਕੀ? ਹੱਥ ਤੇ ਆ ਮੇਰੇ ਅੰਗੂਠੇ ਦੇ ਵਿੱਚੋਂ ਹੱਡੀ ਫ੍ਰੈਕਚਰ ਹੋ ਗਈ ਆ ਜੀ। ਇਹ ਵੀ ਫ੍ਰੈਕਚਰ ਹੋ ਗਈ ਆ ਤੇ ਇਹਦੇ ਉੱਤੇ ਵੀ ਪਲਾਸਟਰ ਲੱਗਿਆ? ਹਾਂਜੀ, ਪਲਸਤਰ ਲੱਗਿਆ ਜੀ। ਤੁਸੀਂ ਫਿਰ ਉੱਥੋਂ ਜਦੋਂ ਤੁਹਾਡੇ ਤੇ ਹਮਲਾ ਹੋ ਗਿਆ, ਕਿਉਂਕਿ ਉਹ ਕਿੰਨੇ ਕੁ ਬੰਦੇ ਸੀਗੇ ਤੁਹਾਡੇ ਹਿਸਾਬ ਨਾਲ?
ਉਹਨਾਂ ਨੇ ਇੱਕਦਮ ਅਟੈਕ ਕਰਤਾ। ਮੈਂ 3 ਤੋਂ 4 ਬੰਦੇ ਦੇ ਅੱਖੀ ਦੇਖੇ ਆ, ਬਾਕੀ ਹੋ ਸਕਦਾ ਵੱਧ ਵੀ ਹੋਣ। ਤੇ ਇੱਕਦਮ ਅਟੈਕ ਕਰਨ ਦੇ ਕਰਕੇ ਮੇਰੇ ਕੋਲ ਜ਼ਿਆਦਾ ਦੇਖਿਆ ਵੀ ਨਹੀਂ ਗਿਆ। ਉਹਨਾਂ ਨੇ ਬਹੁਤ ਜ਼ੋਰ ਨਾਲ ਅਟੈਕ ਕੀਤਾ। ਤੇ ਉੱਥੇ ਹਨੇਰਾ ਹੁੰਦਾ ਕਿ ਲਾਈਟ ਸੀਗੀ ਜਾਂ ਉੱਥੇ ਸੀਸੀਟੀਵੀ ਵੀ ਹੈਗੇ ਸ਼ਾਇਦ? ਹੋ ਰਿਹਾ ਸੀ, 6 ਵਜੇ ਦਾ ਟਾਈਮ ਸੀ, ਬਹੁਤਾ ਹਨੇਰਾ ਨਹੀਂ, ਥੋੜਾ ਚਾਨਣ ਵੀ ਸੀ। ਅੱਛਾ ਜੀ। ਜੀ। ਤੇ ਤੁਸੀਂ ਫਿਰ ਕਿੱਦਾਂ ਬਚਾਅ ਕੀਤਾ? ਜਿੱਦਾਂ ਆਪਣਾ ਬਚਾਅ ਇਦਾਂ ਸੀ, ਫਿਰ ਮੈਂ ਮੁਕਾਬਲਾ ਕਰਨ ਦੀ ਜ਼ਿਆਦਾ ਨਹੀਂ ਕੀਤਾ ਵਿਚਾਰ। ਮੈਂ ਗੱਡੀ 'ਚ ਬੈਠਣ ਵਾਸਤੇ ਜ਼ਿਆਦਾ ਕੀਤਾ ਕਿ ਗੱਡੀ 'ਚ ਬਹਿ ਕੇ ਮੈਂ ਗੱਡੀ ਲੋਕ ਕਰ ਲਾਂ। ਅੱਛਾ ਜੀ। ਜਦੋਂ ਮੈਂ ਗੱਡੀ 'ਚ ਬਹਿੰਦਿਆਂ ਵੀ ਲਾਸਟ ਵੀ ਮੇਰੇ ਹੱਥ ਤੇ ਵੱਜ ਗਈ, ਮੇਰੀ ਗੱਡੀ ਦੀ ਬਾਰੀ ਤੇ ਵੀ ਲੱਗੀ ਹੋਈ ਆ। ਮੇਰੇ ਹੱਥ 'ਚ ਫੋਨ ਵੀ ਸੀ, ਫੋਨ ਹੱਥ 'ਚ ਜਦੋਂ ਬੇਸਬਾਲ ਵੱਜਾ, ਫੋਨ ਮੇਰਾ ਗੱਡੀ ਦੇ ਵਿੱਚ ਡਿੱਗ ਗਿਆ। ਜਦੋਂ ਮੈਂ ਗੱਡੀ 'ਚ ਬਹਿ ਕੇ ਗੱਡੀ ਲੋਕ ਕਰ ਲਈ, ਉਦੋਂ ਭੱਜ ਗਏ। ਤੋ ਜਾਣ ਲੱਗੇ ਕੁਝ ਗੱਡੀ ਦੇ ਉੱਤੇ ਵੀ ਮਾਰ ਕੇ ਗਏ ਆ ਜਾਂ ਕੁਝ ਤੁਹਾਨੂੰ ਬੋਲ ਕੇ ਗਏ ਆ? ਕੁਛ ਨਹੀਂ ਬੋਲੇ ਜੀ, ਉਹਨਾਂ ਦੀ ਕੋਈ ਬੋਲਣ ਦੀ ਕੋਈ ਹੈ ਨਹੀਂ ਸੀ। ਤੇ ਉਹਨਾਂ ਦੇ ਚਿਹਰੇ ਕਿੱਦਾਂ ਸੀਗੇ? ਜਿੱਦਾਂ ਢੱਕੇ ਹੋਏ ਸੀਗੇ? ਹਾਂਜੀ, ਮੂੰਹ ਕਵਰ ਕੀਤੇ ਸੀ ਸਾਰਿਆਂ ਨੇ, ਜਿਵੇਂ ਮਫਲਰ ਲਪੇਟ ਲਈਦਾ, ਸਾਰੇ ਕਵਰ ਕਰਕੇ ਆਏ ਸੀ। ਕੋਈ ਤੁਹਾਨੂੰ ਲੱਗਿਆ ਹੋਵੇ ਜਿੱਦਾਂ ਕਈ ਵਾਰ ਤਾਂ ਪਛਾਣ 'ਚ ਆ ਜਾਂਦਾ ਵੀ ਕਿਸ ਤਰ੍ਹਾਂ ਦੇ ਲੋਕ ਸੀਗੇ ਉਹ, ਜਿੱਦਾਂ ਸਰੀਰਕ ਤੌਰ ਤੇ ਬਹੁਤ ਭਾਰੇ ਸੀ ਜਾਂ ਮੱਧਮ? ਕਿਉਂਕਿ ਪੁਲਿਸ ਵਾਲੇ ਜਾਣਕਾਰੀ ਵੀ ਪੁੱਛਦੇ ਹੁੰਦੇ ਕਿਸ ਤਰ੍ਹਾਂ ਦੇ ਸੀ। ਤੁਹਾਨੂੰ ਕੋਈ ਏਦਾਂ ਲੱਗਿਆ ਕਿਤੇ ਵੀ ਕਿਸ ਤਰ੍ਹਾਂ ਦਾ ਅਟੈਕ? ਜਿਹੜਾ ਜ਼ਿਆਦਾ ਅੱਗੇ ਸੀ ਉਹ ਥੋੜਾ ਭਾਰਾ ਸੀ, ਹਾਈਟ ਉਹਦੀ 6 ਫੁੱਟ 2-3 ਇੰਚ ਹੋ ਸਕਦੀ ਆ। ਤੇ ਉਹ ਕਾਫੀ ਭਾਰਾ ਸੀ, ਜ਼ਿਆਦਾ ਅਟੈਕ ਉਹਨੇ ਕੀਤਾ। ਬਾਕੀ ਜਿਹੜੇ 2-3 ਸੀ ਉਹ ਉਹਨਾਂ ਦੀ ਥੋੜੀ ਹਾਈਟ ਛੋਟੀ ਸੀ, ਉਹ ਥੋੜੀ ਉਹਨਾਂ ਅਟੈਕ ਕਰਕੇ ਉਹ ਥੋੜਾ ਪਿੱਛੇ ਹੋ ਗਿਆ। ਬਾਕੀ ਜਿਹੜਾ ਜ਼ਿਆਦਾ ਵੱਡਾ ਸੀ ਉਹ ਅਟੈਕ ਕਰਦਾ ਰਿਹਾ ਕਾਫੀ ਟਾਈਮ ਤੱਕ। ਸੀਗੇ ਸਾਰੇ ਬੰਦੇ ਜਿੱਦਾਂ ਸਿਰ ਤੋਂ ਕਿਸ ਤਰ੍ਹਾਂ ਦੇ ਸੀ? ਹੁੱਡੀਆਂ ਲਈਆਂ ਸੀ ਸਿਰ ਦੇ ਉੱਤੇ ਉਹਨਾਂ ਨੇ? ਕੀ ਸੀਗਾ? ਨਹੀਂ ਜੀ, ਮਫਲਰ ਹੀ ਲਪੇਟੀ ਸੀ ਇਹਨਾਂ ਨੇ। ਮਫਲਰ ਲਪੇਟੇ ਸੀ। ਅੱਛਾ। ਜਦੋਂ ਤੁਸੀਂ ਫਿਰ ਕਾਰ 'ਚ ਬਹਿ ਗਏ, ਤੁਸੀਂ ਬਾਂਹ ਤਾਂ ਤੁਹਾਡੀ ਜਿੱਦਾਂ ਤੱਤੇ ਘਾਹ ਬੰਦਾ ਬਹਿ ਜਾਂਦਾ ਆ, ਤੇ ਤੁਸੀਂ ਕਾਰ ਚਲਾਉਣ ਦੇ ਯੋਗ ਸੀਗੇ? ਫਿਰ ਕਾਰ ਚਲਾ ਲਈ ਆਪ ਤੁਸੀਂ? ਕਾਰ ਚਲਾਉਣ ਦੇ ਯੋਗ ਤੇ ਨਹੀਂ ਸੀ, ਪਰ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਜੀ। ਜੇ ਸ਼ਾਇਦ ਮੈਂ ਉੱਥੇ ਜ਼ਿਆਦਾ ਚਿਰ ਰੁਕਦਾ ਜਾਂ ਫਿਰ ਮੇਰੇ ਤੇ ਜ਼ਿਆਦਾ ਅਟੈਕ ਹੋ ਸਕਦਾ, ਕਤਲ ਹੋ ਸਕਦਾ ਸੀ ਜੀ ਉੱਥੇ। ਮੇਰਾ ਕਾਰ ਵੀ ਬੰਦ ਸੀ ਤੇ ਅੰਗੂਠੇ 'ਚ ਮੈਂ ਕਾਫੀ 3-4 ਵਾਰੀ ਸਲਫ ਮਾਰਨ ਦੀ ਟਰਾਈ ਕੀਤੀ, ਬਟ ਨਹੀਂ ਵੱਜ ਰਹੀ। ਬਟ ਫਿਰ ਬਹੁਤ ਮੁਸ਼ਕਲ ਸਲਫ ਵੱਜ ਗਈ ਤੇ ਮੇਰਾ ਸਿਰ ਪੂਰਾ ਚੱਕਰ ਆ ਰਿਹਾ ਸੀ। ਬਹੁਤ ਮੁਸ਼ਕਲ ਨਾਲ ਗੱਡੀ ਚਲਾ ਕੇ ਮੈਂ ਕੀਤਾ। ਤੁਸੀਂ ਫਿਰ ਜਦੋਂ ਉਹ ਭੱਜ ਗਏ ਤੇ ਤੁਸੀਂ ਫਿਰ ਗੱਡੀ ਗੁਰਦੁਆਰਾ ਸਾਹਿਬ ਦੇ ਅੰਦਰ ਲੈ ਗਏ ਕਿ ਕਿਤੇ ਤੁਸੀਂ ਵਾਪਸ ਮੁੜ ਗਏ ਜਾਂ ਕਿਸ ਤਰ੍ਹਾਂ? ਕੀ ਵਾਪਸ ਮੁੜ ਗਏ ਜੀ। ਕਿ ਗੇਟ ਉਦੋਂ ਖੁੱਲਿਆ ਨਹੀਂ ਸੀ ਜਾਂ ਅੰਦਰੋਂ ਕਿਸੇ ਦੀ ਹੈਲਪ ਲੈਣ ਦੀ ਕੋਸ਼ਿਸ਼ ਕੀਤੀ? ਗੇਟ ਖੋਲੇ ਸੀ, ਗਿਆ ਸੀ, ਪਰ ਸਵੇਰੇ ਸੰਗਤ ਨਹੀਂ ਹੁੰਦੀ, ਕੋਈ ਹੁੰਦਾ ਨਹੀਂ ਨਾ ਜ਼ਿਆਦਾ, ਤੇ ਮੈਨੂੰ ਘਰ ਜਾਣ 'ਚ ਜ਼ਿਆਦਾ ਮੈਂ ਸੇਫ ਫੀਲ ਕੀਤਾ ਜੀ। ਅੱਛਾ, ਤੁਸੀਂ ਕਿਹਾ ਵੀ ਜੇ ਉੱਥੇ ਵੀ ਕੋਈ ਹੋਣਾ ਨਹੀਂ ਆ ਤੇ ਵੀ ਏਦਾਂ ਵੀ ਇਹ ਨਾ ਵੀ ਅੰਦਰ ਵੀ ਕਿਸੇ ਦਾ ਨੁਕਸਾਨ ਹੋਵੇ ਜਾਂ ਮੈਨੂੰ ਘੇਰਾ ਪਾ ਲੈ। ਬਿਲਕੁਲ ਜੀ। ਤੁਸੀਂ ਫਿਰ ਗੱਡੀ ਚਲਾ ਕੇ ਫਿਰ ਅੱਗੇ ਕੀ ਕੀਤਾ? ਤੁਸੀਂ ਜਿੱਦਾਂ ਫੋਨ ਕੀਤਾ ਕਿਸੇ ਨੂੰ ਜਾਂ ਸਿੱਧਾ ਕਿਤੇ ਆਪ ਚਲੇ ਗਏ? ਮੈਂ ਬਹੁਤ ਮੁਸ਼ਕਲ ਇੱਕ ਵਾਈਫ ਨੂੰ ਕਾਲ ਕਰ ਸਕਿਆ। ਵਾਈਫ ਨੂੰ ਕਾਲ ਕੀਤੀ, ਮੇਰੇ ਤੇ ਅਟੈਕ ਹੋ ਗਿਆ ਵਾ। ਤੇ ਫਿਰ ਇੰਨਾ ਕਹਿ ਕੇ ਮੈਂ ਫੋਨ ਕੱਟਤਾ। ਮੈਂ ਕਿਹਾ ਮੈਂ ਘਰ ਆ ਰਿਹਾ ਛੇਤੀ। ਇਹਨਾਂ ਦੇ ਬਾਅਦ ਬੈਕ ਕਾਲਾਂ ਕਾਫੀ ਆਉਂਦੀਆਂ ਰਹੀਆਂ, ਮੈਨੂੰ ਨਹੀਂ ਪਤਾ ਲੱਗਿਆ ਕਦੋਂ ਫੋਨ ਵੱਜਦਾ ਰਿਹਾ। ਮੈਨੂੰ ਮੈਂ ਕਾਫੀ ਜਿੱਦਾਂ ਗੱਡੀ ਵੀ ਮੇਰੇ ਸਾਰੇ ਰਾਹ 'ਚ ਡੋਲਦੀ ਆਈ, ਬਟ ਮੈਂ ਘਰ ਪਹੁੰਚ ਗਿਆ ਬਹੁਤ ਮੁਸ਼ਕਲ। ਤੇ ਫਿਰ ਘਰ ਜਾ ਕੇ ਜਿੱਦਾਂ ਆਪਣੇ ਮੈਂ ਚਾਹਾਂਗਾ ਤੁਹਾਡੇ ਧਰਮ ਪਤਨੀ ਮਨਦੀਪ ਜੀ, ਫਿਰ ਉਹ ਦੱਸੋ ਜਰਾ ਕੀ ਸੀਗਾ ਉਦੋਂ ਵਾਕਿਆ ਜਦੋਂ ਇਹ ਆਏ ਆ, ਕਿਸ ਤਰ੍ਹਾਂ ਦੇ ਪਹੁੰਚੇ ਆ, ਤੇ ਉਦੋਂ ਫਿਰ ਤੁਸੀਂ ਕਿਸ ਤਰ੍ਹਾਂ ਕੀਤਾ, ਜਿਹਦਾ ਨੂੰ ਕਿੱਦਾਂ ਹੈਂਡਲ ਕੀਤਾ ਸਾਰੇ ਕੇਸ ਨੂੰ? ਹਾਂਜੀ ਵੀਰ ਜੀ, ਇਹਨਾਂ ਨੇ ਮੈਂ ਆਪਣੇ ਕੰਮ ਤੇ ਜਾਣ ਲਈ ਤਿਆਰ ਹੋ ਰਹੀ ਸੀਗੀ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਕਿ ਮੇਰੇ ਉੱਤੇ ਅਟੈਕ ਹੋ ਗਿਆ ਵਾ ਤੇ ਮੇਰੇ ਉੱਤੇ ਹਮਲਾ ਕੀਤਾ ਗਿਆ ਵਾ। ਮੈਨੂੰ ਮਤਲਬ ਡੰਡਿਆਂ ਦੇ ਨਾਲ, ਬੇਸਬਾਲ ਬੈਟਸ ਦੇ ਨਾਲ ਮੇਰੇ ਉੱਤੇ ਹਮਲਾ ਕੀਤਾ ਬਹੁਤ ਜ਼ਬਰਦਸਤ। ਤੇ ਉਸ ਤੋਂ ਬਾਅਦ ਇਹਨਾਂ ਨੇ ਫੋਨ ਕੱਟ ਦਿੱਤਾ ਵਾ। ਮੈਂ ਉਸ ਤੋਂ ਬਾਅਦ ਕਾਫੀ ਟਰਾਈ ਕੀਤਾ ਇਹਨਾਂ ਨੂੰ ਫੋਨ ਕਰਨ ਦਾ, ਬਟ ਉਹ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀਗਾ। ਗੱਡੀ ਇਹਨਾਂ ਦੇ ਕੋਲ ਸੀਗੀ, ਮੈਂ ਇਹਨਾਂ ਦੇ ਕੋਲ ਪਹੁੰਚ ਨਹੀਂ ਸਕਦੀ ਸੀਗੀ ਉੱਥੇ। ਇਹ ਗੱਡੀ ਕਹਿੰਦੇ ਮੈਂ ਬਹੁਤ ਮੁਸ਼ਕਲ ਦੇ ਨਾਲ ਚਲਾ ਕੇ ਘਰ ਪਹੁੰਚੇ ਨੇ। ਕਹਿੰਦੇ ਰਸਤੇ 'ਚ ਜਿੰਨੇ ਵੀ ਕੈਮਰਾਜ਼ ਨੇ ਉੱਥੇ ਪਤਾ ਲੱਗੇਗਾ ਕਿ ਉੱਥੇ ਟ੍ਰੈਫਿਕ ਨਾ ਹੋਣ ਕਰਕੇ ਸਵੇਰੇ ਤੇ ਗੱਡੀ ਬਹੁਤ ਡੋਲਦੀ ਆਈ ਆ। ਘਰੇ ਆ ਕੇ ਜਿਹੜੀ ਆ ਉਹ ਇਹਨਾਂ ਨੇ ਗੱਡੀ ਜਦੋਂ ਲਾਈ ਆ, ਉਸ ਤੋਂ ਬਾਅਦ ਜਦੋਂ ਮੈਂ ਵੇਟ ਕਰਦੀ ਪਈ ਸੀਗੀ ਇਹਨਾਂ ਦੀ, ਜਦੋਂ ਆਏ ਉਸੇ ਟਾਈਮ ਫਿਰ ਮੈਂ ਪੁਲਿਸ ਸਟੇਸ਼ਨ ਲੈ ਕੇ ਗਈ ਆ ਇਹਨਾਂ ਨੂੰ। ਉਹਨਾਂ ਨੇ ਕੰਪਲੇਂਟ ਜਿਹੜੀ ਆ ਉਹ ਦਰਜ ਕੀਤੀ ਹੈ। ਤੁਸੀਂ ਉਸ ਵੇਲੇ ਜਿੱਦਾਂ ਸਿੱਧਾ ਪੁਲਿਸ ਸਟੇਸ਼ਨ ਲੈ ਗਏ ਕਿ ਉਦੋਂ ਤੁਸੀਂ 111 ਕਾਲ ਵੀ ਕੀਤੀ ਜਾਂ ਵੀ ਐਮਰਜੈਂਸੀ ਵਾਸਤੇ ਕੋਈ? ਨਹੀਂ ਭਾਜੀ, ਮੈਂ ਸਿੱਧਾ ਪੁਲਿਸ ਸਟੇਸ਼ਨ ਹੀ ਲੈ ਗਈ
ਕਿਉਂਕਿ ਐਮਰਜੈਂਸੀ ਕਾਲ ਕਰਕੇ ਘਰ ਬੁਲਾਉਣ ਦੀ ਬਜਾਏ, ਕਿਉਂਕਿ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀਗੀ, ਸੱਟਾਂ ਲੱਗੀਆਂ ਸੀਗੀਆਂ, ਫਿਰ ਉੱਥੇ ਵੇਟ ਕਰਨ ਤੋਂ ਜ਼ਿਆਦਾ ਮੈਨੂੰ ਲੱਗਿਆ ਕਿ ਮੈਂ ਉੱਥੇ ਕੰਪਲੇਂਟ ਲਿਖਵਾ ਕੇ, ਤੇ ਇਹਨਾਂ ਦੀ ਸਿਹਤ ਜ਼ਿਆਦਾ ਜ਼ਰੂਰੀ ਆ, ਮੈਂ ਇਹਨਾਂ ਨੂੰ ਹਸਪੀਟਲ ਲੈ ਕੇ ਗਈ। ਹਸਪੀਟਲ ਦੇ ਵਿੱਚ ਉਸ ਤੋਂ ਬਾਅਦ ਸਾਡਾ ਐਮਰਜੈਂਸੀ ਦੇ ਵਿੱਚ ਸਾਰਾ ਦਿਨ ਨਿਕਲ ਗਿਆ। ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਣ ਦੇ ਕਾਰਨ ਉਹਨਾਂ ਨੇ ਔਰ ਸਵੈਲਿੰਗ ਬਹੁਤ ਹੋਣ ਦੇ ਕਾਰਨ ਇਹਨਾਂ ਦਾ ਗੁੱਟ ਜਿਹੜਾ ਬਹੁਤ ਸੁੱਜਿਆ ਸੀਗਾ, ਇਹਨਾਂ ਦੀ ਕੂਹਣੀ ਬਹੁਤ ਸੁੱਜੀ ਸੀਗੀ, ਬਹੁਤ ਜ਼ਿਆਦੀਆਂ ਸੱਟਾਂ ਸੀਗੀਆਂ। ਮੈਂ ਤੁਹਾਨੂੰ ਵਿਖਾਣਾ ਚਾਹਾਂਗੀ ਫੋਟੋਆਂ ਸੱਟਾਂ ਦੀਆਂ। ਅੱਛਾ ਜੀ, ਦਿਖਾਓ ਕੈਮਰੇ ਮੂਹਰੇ ਕਰਕੇ। ਹਾਂਜੀ ਜੀ, ਵਿਖਾਉਣੀ ਆ ਮੈਂ। ਤੇ ਤੁਸੀਂ ਖੁਦ ਹੀ ਫਿਰ ਗੱਡੀ ਤੁਸੀਂ ਚਲਾਈ ਫਿਰ ਉਦੋਂ? ਉਸ ਤੋਂ ਬਾਅਦ ਸਾਡੇ ਥੋੜੇ ਮਤਲਬ ਮੈਨੂੰ ਉਸ ਟਾਈਮ ਮੈਂ ਵੀ ਬਹੁਤ ਨਰਵਸ ਹੋ ਗਈ, ਮੇਰੇ 'ਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਵੀ ਗੱਡੀ ਚਲਾ ਕੇ ਲੈ ਕੇ ਜਾਵਾਂ। ਮੈਂ ਹੋਰ ਕਾਲ ਕੀਤੀ ਤੇ ਫਿਰ ਮੇਰੇ ਨਾਲ ਫੈਮਿਲੀ ਸੀਗੀਆਂ, ਉਹ ਫੈਮਿਲੀ ਜਿਹੜੇ ਉਹ ਸਾਡੇ ਨਾਲ ਗਏ। ਆ ਦੇਖੋ ਜੀ, ਇਹਨਾਂ ਦੇ ਅੰਗੂਠਾ ਜਿਹੜਾ ਵਾ ਉਹ ਟੁੱਟ ਗਿਆ ਸੀਗਾ। ਓਹ ਅੱਛਾ। ਫਿਰ ਇਹਨਾਂ ਦਾ ਆ ਦੇਖੋ ਗੁੱਟ ਜਿਹੜਾ ਵਾ ਇੱਥੋਂ ਆ ਟੁੱਟ ਗਿਆ ਸੀਗਾ, ਲਾਈਕ ਪੂਰਾ ਸੁੱਜਿਆ ਹੋਇਆ ਸੀਗਾ। ਅੱਛਾ ਜੀ। ਹਾਂਜੀ, ਇਸ ਤੋਂ ਇਲਾਵਾ ਆ ਦੇਖੋ, ਆ ਜਿੱਥੇ ਫ੍ਰੈਕਚਰ ਆਇਆ ਇੱਥੇ ਪਹਿਲਾਂ ਜ਼ਖਮ ਵੀ ਆ। ਫਿਰ ਉਸ ਤੋਂ ਇਲਾਵਾ ਆ ਕੂਹਣੀ ਜਿਹੜੀ ਆ ਦੇਖੋ ਜੀ, ਇਹ ਬਹੁਤ ਸੁੱਜੀ ਹੋਈ ਸੀਗੀ, ਇਹਦਾ ਕੁਝ ਪਤਾ ਨਹੀਂ ਚੱਲ ਰਿਹਾ ਸੀਗਾ। ਮੋਢੇ ਤੇ ਸੀਗੀਆਂ, ਆ ਦੇਖੋ ਜੀ, ਬਹੁਤ ਸਾਰੀਆਂ ਸੱਟਾਂ ਸੀਗੀਆਂ। ਫਿਰ ਮੈਂ ਉਸ ਤੋਂ ਬਾਅਦ ਕੰਪਲੇਂਟ ਲਿਖਵਾਉਣ ਤੋਂ ਬਾਅਦ ਮੈਨੂੰ ਹਸਪੀਟਲ ਜਾਣਾ ਜ਼ਿਆਦਾ ਜ਼ਰੂਰੀ ਲੱਗਿਆ। ਫਿਰ ਕੰਪਲੇਂਟ ਜਦੋਂ ਹਸਪੀਟਲ ਦੀ ਕਾਰਵਾਈ ਪੂਰੀ ਹੋਈ, ਫਿਰ ਮੈਂ ਦੁਬਾਰਾ ਪੁਲਿਸ ਸਟੇਸ਼ਨ ਪਹੁੰਚੀ ਹਾਂ। ਫਿਰ ਉਹਨਾਂ ਨੇ ਸਾਡੀ ਸਾਰੀ ਸਟੇਟਮੈਂਟ ਲਈ ਆ ਜੀ, ਇਹਨਾਂ ਦੀਆਂ ਫੋਟੋਜ਼ ਲਈਆਂ ਨੇ, ਸਾਰਾ ਕੁਝ ਹੋਇਆ। ਉਸ ਤੋਂ ਬਾਅਦ ਪੁਲਿਸ ਸਟੇਸ਼ਨ ਵਾਲਿਆਂ ਨੇ ਤੁਹਾਨੂੰ ਫਿਰ ਭੇਜ ਦਿੱਤਾ ਵੀ ਹਸਪਤਾਲ ਚਲ ਜਾਓ, ਬਾਅਦ ਵਿੱਚ ਆਇਓਗੇ? ਉਹਨਾਂ ਨੇ ਰਿਪੋਰਟ ਲੈ ਲਈ ਸੀ ਉਦੋਂ? ਨਹੀਂ, ਪਹਿਲਾਂ ਉਹਨਾਂ ਨੇ ਰਿਪੋਰਟ ਲੈ ਲਈ ਸੀਗੀ, ਫਿਰ ਉਹਨਾਂ ਨੇ ਹਸਪੀਟਲ ਜਿਹੜਾ ਹੈ ਸਾਨੂੰ ਭੇਜਿਆ ਉੱਥੋਂ। ਪੁਲਿਸ ਨੇ ਉਦੋਂ ਕੁਝ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਜਿੱਥੇ ਘਟਨਾ ਹੋਈ ਹੈ ਉੱਥੇ ਜਾ ਕੇ ਜਲਦੀ ਦੇਖ ਆਈਏ, ਸ਼ਾਇਦ ਉਹਨਾਂ ਨੂੰ ਕੁਝ ਲੱਭ ਜਾਵੇ, ਇਸ ਤਰ੍ਹਾਂ ਦਾ ਉਹਨਾਂ ਨੇ ਕੁਝ ਦੱਸਿਆ ਤੁਹਾਨੂੰ? ਮੈਂ ਉਸ ਟਾਈਮ ਸਾਡੇ ਕੋਲ ਇੰਨਾ ਟਾਈਮ ਨਹੀਂ ਸੀਗਾ ਕਿ ਅਸੀਂ ਉਹਨਾਂ ਨੂੰ ਪੁੱਛ ਸਕੀਏ, ਕਿਉਂਕਿ ਇਹਨਾਂ ਦੀ ਹਾਲਤ ਖਰਾਬ ਸੀਗੀ। ਸੋ ਮੈਨੂੰ ਸਿਹਤ ਜਿਹੜੀ ਆ ਉਸ ਤੋਂ ਜ਼ਿਆਦਾ ਜ਼ਰੂਰੀ ਕੁਛ ਨਹੀਂ ਨਜ਼ਰ ਆਇਆ, ਤਾਂ ਮੈਂ ਇਹਨਾਂ ਨੂੰ ਲੈ ਗਈ। ਤੇ ਉਸ ਤੋਂ ਬਾਅਦ ਮੈਂ ਜਦੋਂ ਉੱਥੇ ਪਹੁੰਚੀ ਹਾਂ, ਤਾਂ ਜਿਹੜਾ ਇਹਨਾਂ ਦੇ ਨਾਲ ਸਿੰਘ ਹੁੰਦਾ ਵਾ, ਉਹਨਾਂ ਨੂੰ ਮੈਂ ਫੋਨ ਕੀਤਾ ਵਾ ਕਿ ਹਾਂਜੀ ਵੀਰ ਜੀ, ਅੱਜ ਗੁਰਪ੍ਰੀਤ ਜਿਹੜੇ ਉਹ ਪਹੁੰਚ ਨਹੀਂ ਪਾਏ, ਉਹਨਾਂ ਤੇ ਅਟੈਕ ਹੋ ਗਿਆ ਵਾ। ਤੇ ਉਹ ਕਹਿ ਰਹੇ ਸੀ, ਉਹਨਾਂ ਨੇ ਅੱਗੋਂ ਇਹ ਕਿਹਾ, ਨਹੀਂ ਮੈਨੂੰ ਇਸ ਬਾਰੇ ਕੋਈ ਨਹੀਂ ਪਤਾ। ਉਹਨਾਂ ਨੇ ਕੋਈ ਹੈਰਾਨੀ ਨਹੀਂ ਜਤਾਈ ਕਿ ਕਿਵੇਂ ਹੋ ਗਿਆ, ਗੁਰਪ੍ਰੀਤ ਜੀ ਕਿਹੜੀ ਹਾਲਤ ਦੇ ਵਿੱਚ ਨੇ, ਉਹ ਕਿੱਥੇ ਨੇ, ਉਹ ਠੀਕ ਨੇ। ਉਹਨਾਂ ਨੇ ਅੱਗੋਂ ਮੈਨੂੰ ਇਹ ਕਿਹਾ, ਜੀ ਮੈਨੂੰ ਨਹੀਂ ਕੁਝ ਪਤਾ ਜੀ ਇਸ ਬਾਰੇ, ਮੈਨੂੰ ਨਹੀਂ ਜੀ ਕੁਝ ਪਤਾ ਇਸ ਬਾਰੇ। ਮੈਂ ਸੋਚਿਆ ਉਹ ਸੁੱਤਾ ਰਹਿ ਗਿਆ ਹੈ, ਤੇ ਉਹਨਾਂ ਨੇ ਅੱਗੋਂ ਜਿਹੜਾ ਹੈ ਮੇਰਾ ਫੋਨ ਕੱਟ ਦਿੱਤਾ। ਅੱਛਾ, ਉਸ ਦਿਨ ਮਤਲਬ ਇਹ ਪ੍ਰਕਾਸ਼ ਨਹੀਂ ਕਰ ਸਕੇ, ਕਿਉਂਕਿ ਪ੍ਰਕਾਸ਼ ਇਹਨਾਂ ਨੇ ਕਰਨਾ ਸੀ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ। ਹਾਂਜੀ ਜੀ, ਹਾਂਜੀ। ਅੱਛਾ, ਉਹਨਾਂ ਨੇ ਕਾਲ ਕਰਕੇ ਮਤਲਬ ਪੁੱਛਿਆ ਨਹੀਂ ਆ ਵੀ ਅੱਜ ਤੁਸੀਂ ਪਹੁੰਚੇ ਨਹੀਂ ਆ, ਜਾਂ ਇਸ ਤਰ੍ਹਾਂ ਦਾ ਕੁਝ ਨਹੀਂ ਪੁੱਛਿਆ ਉਹਨਾਂ ਨੇ? ਨਹੀਂ ਜੀ, ਨਹੀਂ ਜੀ। ਅੱਛਾ, ਤੇ ਤੁਸੀਂ ਫਿਰ ਇਹਨਾਂ ਨੂੰ ਜਦੋਂ ਹਸਪਤਾਲ ਲੈ ਗਏ, ਤੇ ਹਸਪਤਾਲ ਵਾਲਿਆਂ ਨੇ ਫਿਰ ਕੀ ਇਹਨਾਂ ਦੇ ਸਕੈਨਿੰਗ ਵਗੈਰਾ ਕੀਤੀ, ਜਾਂ ਕੀ ਉਹਨਾਂ ਨੇ ਅਸੈਸ ਕੀਤਾ ਵੀ ਐਕਸਰੇ ਕੀਤੇ ਉਹਨਾਂ ਨੇ? ਹਾਂਜੀ, ਐਕਸਰੇ ਕੀਤੇ, ਰੇਡੀਓਗ੍ਰਾਫੀ ਕੀਤੀ, ਕਿਉਂਕਿ ਇੱਕ ਹੱਥ ਤੇ ਜਿਹੜਾ ਗੁੱਟ ਸੀਗਾ ਉਹਦਾ ਉਹਨਾਂ ਨੂੰ ਕਲੀਅਰ ਨਹੀਂ ਹੋ ਰਿਹਾ ਸੀ, ਬਹੁਤ ਜ਼ਿਆਦਾ ਸੋਜਿਸ਼ ਸੀਗੀ। ਫਿਰ ਉੱਥੇ ਬਹੁਤ ਜ਼ਿਆਦਾ ਟਾਈਮ ਲੱਗਿਆ, ਫਿਰ ਕਾਸਟਿੰਗ ਹੋਈ। ਸੋ ਸਾਰਾ ਦਿਨ ਸਾਡਾ ਇਸੇ ਟਾਈਮ 'ਚ ਹੀ ਰਿਹਾ। ਤੁਸੀਂ ਹਸਪਤਾਲ ਰਹਿਣਾ ਪਿਆ ਕਿ ਤੁਹਾਨੂੰ ਭੇਜ ਦਿੱਤਾ ਘਰ ਉਹਨਾਂ ਨੇ? ਅਸੀਂ ਸ਼ਾਮ ਨੂੰ ਘਰ ਆ ਗਏ ਸੀਗੇ, ਫਿਰ ਉਸ ਤੋਂ ਬਾਅਦ ਫਿਰ ਅਗਲੇ ਦਿਨ ਗਏ, ਫਿਰ ਅਸੀਂ ਸ਼ਾਮ ਨੂੰ ਘਰ ਆਏ, ਸਾਰਾ ਦਿਨ ਉੱਥੇ ਸੀਗੇ। ਫਿਰ ਤੀਸਰੇ ਦਿਨ ਦੁਬਾਰਾ ਅਸੀਂ ਗਏ ਹਸਪੀਟਲ। ਅੱਛਾ ਜੀ। ਹਾਂਜੀ, ਸ਼ਾਮ ਨੂੰ ਅਸੀਂ ਘਰ ਆ ਜਾਂਦੇ ਸੀਗੇ। ਤੁਹਾਡੇ ਤਾਂ ਲੋਕਡਾਊਨ ਇਸ ਵੇਲੇ ਮੇਰੇ ਖਿਆਲ 2 ਚੱਲਦਾ ਆ, ਜੇ ਕੋਈ ਆਉਣਾ ਵੀ ਚਾਹਵੇ ਤਾਂ ਮੇਰੇ ਖਿਆਲ ਵਿਜ਼ਿਟ ਕਰ ਸਕਦਾ ਆ। ਕੀ ਤੁਹਾਡੇ ਕੋਲ ਕੋਈ ਹਾਂਜੀ ਕੋਈ ਗੁਰਦੁਆਰਾ ਸਾਹਿਬ ਤੋਂ ਜਾਂ ਕੋਈ ਸੰਗਤ ਚੋਂ ਜਿਨ੍ਹਾਂ ਦਾ ਇਹਨਾਂ ਦਾ ਪ੍ਰੇਮ ਹੋਊਗਾ, ਕੋਈ ਇਹਨਾਂ ਦੀ ਖਬਰਸਾਰ ਲੈਣ ਪਹੁੰਚਿਆ, ਜਾਂ ਕਿਸ ਤਰ੍ਹਾਂ ਦੀ ਤੁਹਾਨੂੰ ਜਿਹੜੀ ਹੈ ਮੋਰਲ ਸਪੋਰਟ ਕਿਤੇ ਮਿਲੀ ਆ ਕਿ ਨਹੀਂ? ਬਿਲਕੁਲ ਜੀ, ਸੰਗਤਾਂ ਪਹੁੰਚ ਰਹੀਆਂ ਨੇ, ਬਟ ਇਹ ਕਹਿ ਲਓ ਕਿ ਇਹਨਾਂ ਦੇ ਇੰਪਲੋਇਰ ਕਹਿ ਲਓ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵਿੱਚੋਂ ਸਾਡੇ ਕੋਲ ਕੋਈ ਵੀ ਇਹਨਾਂ ਦਾ ਪਤਾ ਲੈਣ ਵਾਸਤੇ ਹਸਪੀਟਲ ਨਹੀਂ ਪਹੁੰਚਿਆ ਕਿ ਸਾਡਾ ਇੰਪਲੋਈ ਜਾਂ ਇੱਕ ਇਨਸਾਨੀਅਤ ਦੇ ਨਾਤੇ ਸਾਡੀ ਕਮਿਊਨਿਟੀ ਦਾ ਬੰਦਾ ਹਸਪਤਾਲ ਦੇ ਵਿੱਚ ਆ, ਉਹ ਕਿਸ ਹਾਲਤ ਦੇ ਵਿੱਚ ਆ, ਅਸੀਂ ਉਹਦਾ ਪਤਾ ਪੁੱਛ ਲਈਏ। ਬਸ ਜਿਸ ਬੰਦੇ ਨੂੰ ਮੈਂ ਸਵੇਰੇ ਕਾਲ ਕਰਕੇ ਦੱਸਿਆ ਸੀਗਾ ਕਿ ਵੀਰ ਜੀ ਆਹ ਹੈਪਨਿੰਗ ਹੋ ਗਈ ਆ, ਉਸ ਬੰਦੇ ਨੇ ਮੈਨੂੰ ਸ਼ਾਮ ਨੂੰ ਫੋਨ ਕਰਕੇ ਕਿਹਾ, ਜੀ ਭੈਣ ਜੀ ਬਾਬਾ ਜੀ ਕਿਸ ਹਾਲਤ ਦੇ ਵਿੱਚ ਨੇ। ਉਹਨਾਂ ਨੂੰ ਮੈਂ ਦੱਸ ਦਿੱਤਾ ਕਿ ਉਹਨਾਂ ਦੀ ਹਾਲਤ ਕੀ ਆ। ਉਹਨਾਂ ਨੇ ਮੈਨੂੰ ਇੱਕ ਫਾਰਮੈਲਿਟੀ ਵਾਸਤੇ ਕਹਿ ਦਿੱਤਾ ਗਿਆ, ਜੀ ਹਾਂਜੀ ਜੇ ਤੁਹਾਨੂੰ ਕਿਸੇ ਵੀ ਸੇਵਾ ਦੀ ਲੋੜ ਹੈ ਤੇ ਦੱਸਿਓ। ਉਸ ਤੋਂ ਇਲਾਵਾ ਉਹਨਾਂ ਨੂੰ ਇਹ ਜ਼ਰੂਰੀ ਨਹੀਂ ਲੱਗਿਆ ਕਿ ਹਸਪਤਾਲ ਜਾ ਕੇ ਅਸੀਂ ਉਹਨਾਂ ਦਾ ਪਤਾ ਲਈਏ ਜਾਂ ਉਹਨਾਂ ਨੂੰ
ਮਿਲੀ ਹੈ ਕਿ ਉਹ ਕਿਸ ਹਾਲਤ ਦੇ ਵਿੱਚ ਨੇ। ਕਿਉਂਕਿ ਇਦਾਂ ਦੀ ਘਟਨਾ ਵੇਲੇ ਤਾਂ ਮਨਪ੍ਰੀਤ ਮੈਂ ਮਨਦੀਪ ਸਮਝਦਾ ਵੀ ਇੱਕ ਜਿਹੜੀ ਮੋਰਲ ਸਪੋਰਟ ਆ ਉਹ ਇਲਾਜ ਦੇ ਨਾਲੋਂ ਜ਼ਿਆਦਾ ਜਿਹੜੀ ਆ ਉਹ ਕੰਮ ਕਰਦੀ ਆ। ਸੈਕੰਡਲੀ ਤੁਸੀਂ ਐਡੀ ਦੂਰ ਮੁਲਕਾਂ ਤੋਂ ਆਏ ਹੋਏ ਆ ਹਨਾ, ਕੋਈ ਕਿਸ ਤਰ੍ਹਾਂ ਸੈਟਲ ਹੋ ਰਿਹਾ ਤੇ ਕੋਈ ਗੁਰੂ ਸਾਹਿਬਾਂ ਦੀ ਜਿਹੜੀ ਸੇਵਾ ਕਰਕੇ ਆ ਉਹ ਇੱਕ ਸੈਟਲ ਹੋ ਰਿਹਾ। ਕੀ ਇਹ ਉੱਥੇ ਇਸ ਵੇਲੇ ਜਦੋਂ ਇਹ ਸੇਵਾ ਕਰਦੇ ਸੀ ਵਲੰਟੀਅਰ ਸੀਗੇ ਕਿ EMPLOYE ਸੀਗੇ ਜਾਂ ਕਿੱਦਾਂ ਉਹਨਾਂ ਦੇ ਕਿਸ ਤਰ੍ਹਾਂ ਦਾ ਸੀਗਾ ਤੁਹਾਡਾ ਜਿਹੜਾ ਉੱਥੇ ਸੇਵਾ ਕਰਨ ਦਾ ਜਿਹੜਾ ਸੀਗਾ? ਇਹ ਰਿਲੀਜੀਅਸ ਵੀਜ਼ਾ ਤੇ ਆਏ ਸੀਗੇ, ਵਰਕਰ ਵੀਜ਼ਾ ਤੇ ਰਿਲੀਜੀਅਸ ਵਰਕਰ ਵੀਜ਼ਾ ਤੇ। ਸੋ ਇਹ ਉੱਥੇ ਉਹਨਾਂ ਦੇ EMPLOYE ਸੀਗੇ। ਉਸ ਤੋਂ ਬਾਅਦ 6 ਮਹੀਨੇ ਪਹਿਲਾਂ ਸਾਡੀ ਮੈਰਿਜ ਹੋ ਗਈ, ਫਿਰ ਅਸੀਂ ਇਕੱਠੇ ਰਹਿਣਾ ਸ਼ੁਰੂ ਕਰਤਾ। ਹੁਣ ਇਹਨਾਂ ਦਾ ਓਪਨ ਵਰਕ ਵੀਜ਼ਾ ਆ ਗਿਆ ਸੀਗਾ ਤੇ ਹੁਣ ਇਹਨਾਂ ਨੇ ਉੱਥੋਂ ਰੈਜ਼ਿਗਨੇਸ਼ਨ ਦਿੱਤਾ ਸੀਗਾ ਤੇ ਉਹਦਾ ਲਾਸਟ ਡੇ ਸੀਗਾ। ਅੱਛਾ, 15 ਤਰੀਕ ਤੁਹਾਡੀ ਲਾਸਟ ਸੀਗੀ ਤੇ ਉਸ ਤੋਂ ਬਾਅਦ 16 ਤਰੀਕ ਲਾਸਟ ਸੀਗੀ। 15 ਤਰੀਕ ਦੀ ਸੇਵਾ ਕਰਨ ਗਏ ਸੀਗੇ। ਅੱਛਾ, ਹਾਂਜੀ ਹਾਂਜੀ। ਤੇ ਹੁਣ ਤੱਕ ਜਿਹੜੀ ਪੁਲਿਸ ਨੇ ਕੋਈ ਇਨਕੁਆਇਰੀ ਕੀਤੀ ਆ ਜਾਂ ਕਿੱਦਾਂ, ਤੁਸੀਂ ਕਿੱਦਾਂ ਉਹਦੇ ਉੱਤੇ ਸੈਟਿਸਫਾਈ ਆ ਕਿ ਜਿੱਦਾਂ ਵੀ ਸਲੋ ਆ, ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ? ਕੁਝ ਤੁਹਾਨੂੰ ਪਤਾ ਲੱਗਿਆ ਹੋਵੇ ਜਾਂ ਪੁਲਿਸ ਨੇ ਕੋਈ CCTV ਕੈਮਰੇ ਤੋਂ ਲੈ ਕੇ ਤੁਹਾਨੂੰ ਅਪਡੇਟ ਦਿੱਤਾ ਹੋਵੇ? ਸਾਨੂੰ ਇਹ ਪਤਾ ਲੱਗਿਆ ਹੈ ਜੀ, ਗੁਰਦੁਆਰਾ ਸਾਹਿਬ ਵਾਲਿਆਂ ਨੇ ਆਪਣੇ ਵੱਲੋਂ CCTV ਕੈਮਰਾ ਦੀ ਫੁਟੇਜ ਉਹਨਾਂ ਨੂੰ ਭੇਜ ਦਿੱਤੀ ਆ। ਬਟ ਜਿਹੜਾ ਅਲਾਟ ਹੋਇਆ ਹੈ ਜੀ ਇਨਵੈਸਟੀਗੇਟਰ ਪੁਲਿਸ ਆਫੀਸਰ, ਉਹ ਸਾਨੂੰ ਸਾਈਡ ਬਾਈ ਸਾਈਡ ਅਪਡੇਟਸ ਦੇ ਰਹੇ ਨੇ। ਉਹ ਹਲੇ ਉੱਥੇ ਨਹੀਂ ਪਹੁੰਚੇ ਕਰਨ ਵਾਸਤੇ ਚੈਕਿੰਗ, ਬਟ ਉਹ ਬਹੁਤ ਜਲਦੀ ਹੀ ਉੱਥੇ ਪਹੁੰਚਣਗੇ ਵਰਕ ਪਲੇਸ ਤੇ। ਹੋਰ ਜੋ ਵੀ ਉਹਨਾਂ ਨੂੰ ਆਸ-ਪਾਸ ਸਭ ਕੁਝ, ਉਹ ਜਲਦੀ, ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਤੇ ਪੂਰਾ ਭਰੋਸਾ ਹੈ, ਉਹ ਬਿਲਕੁਲ ਜਿਹੜਾ ਕਲਪ੍ਰੀਟ ਆ ਉਹਨੂੰ ਜਲਦੀ ਸਾਹਮਣੇ ਲੈ ਕੇ ਆਉਣਗੇ ਜੀ। ਬਿਲਕੁਲ, ਪੁਲਿਸ ਵੈਸੇ ਭਾਵੇਂ ਸਲੋ ਕਈ ਵਾਰ ਕੰਮ ਕਰਦੀ ਆ, ਲੇਕਿਨ ਉਹ ਕਿਤੇ ਨਾ ਕਿਤੇ ਨਤੀਜੇ ਤੇ ਤਾਂ ਜ਼ਰੂਰ ਪਹੁੰਚੂਗੀ, ਪਰ ਪੈਰਵਾਈ ਕਰਨੀ ਜਿਹੜੀ ਉਹ ਵੀ ਜ਼ਰੂਰੀ ਆ। ਤੁਹਾਨੂੰ ਘਰ ਦੇ ਵਿੱਚ ਰਹਿੰਦਿਆਂ ਨੂੰ, ਓਬਵੀਅਸਲੀ ਤੁਸੀਂ ਕਿਰਾਏ ਤੇ ਸ਼ਾਇਦ ਰਹਿੰਦੇ ਹੋਣੇ ਆ, ਕਿਸੇ ਤਰ੍ਹਾਂ ਦਾ ਤੁਹਾਨੂੰ ਕੋਈ ਅਸੁਰੱਖਿਆ ਤਾਂ ਨਹੀਂ ਭਾਵਨਾ ਪੈਦਾ ਹੋ ਰਹੀ ਵੀ ਤੁਸੀਂ ਲੱਗਦਾ ਹੋਵੇ ਅਨਸੇਫ, ਕਿਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਡਰ ਤਾਂ ਨਹੀਂ ਤੁਹਾਨੂੰ ਕੋਈ? ਬਿਲਕੁਲ ਵੀਰ ਜੀ, ਸਾਨੂੰ ਬਹੁਤ ਜ਼ਿਆਦਾ ਅਸੀਂ ਡਰੇ ਹੋਏ ਸੀ, ਕਿਉਂਕਿ ਪਹਿਲਾਂ ਵੀ ਸਾਡੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਔਰ ਹਾਂਜੀ, ਸਾਨੂੰ ਫੋਲੋ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਉਸ ਟਾਈਮ ਵੀ ਅਸੀਂ ਜਿਹੜਾ ਹੈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਮੇਟੀ ਮੈਂਬਰਸ ਨੂੰ। ਅਸੀਂ ਉਹਨਾਂ ਨੂੰ ਮੈਸੇजेस ਭੇਜੇ ਨੇ ਰਿਟਨ ਦੇ ਵਿੱਚ ਕਿ ਆਹ ਹੋ ਰਿਹਾ ਹੈ। ਸਾਨੂੰ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਮਿਲਿਆ, ਕੋਈ ਜਵਾਬ ਨਹੀਂ ਮਿਲਿਆ। ਇਸ ਲਈ ਅਸੀਂ ਉਦੋਂ ਵੀ ਪੁਲਿਸ ਨੂੰ ਕੰਪਲੇਂਟ ਦਰਜ ਕਰ ਦਿੱਤੀ ਸੀਗੀ ਕਿ ਸਾਨੂੰ ਵਰਬਲੀ ਵੀ ਥ੍ਰੈਟ ਕੀਤਾ ਜਾ ਰਿਹਾ ਵਾ ਤੇ ਸਾਡੇ ਕੋਈ ਪਿੱਛੇ ਵੀ ਆ ਰਿਹਾ ਵਾ। ਉਸ ਟਾਈਮ ਵੀ ਅਸੀਂ ਜਿਹੜੀ ਆ ਪੁਲਿਸ ਤੇ ਕੰਪਲੇਂਟ ਦਰਜ ਕਰ ਦਿੱਤੀ ਸੀਗੀ ਕਿ ਇਨ ਕੇਸ ਇਨ ਫਿਊਚਰ 'ਚ ਕੁਝ ਹੈਪਨਿੰਗ ਹੁੰਦੀ ਆ ਤਾਂ ਜਿਹੜੇ ਲੋਕ ਸਾਨੂੰ ਥ੍ਰੈਟ ਕਰ ਰਹੇ ਨੇ, ਹੋ ਸਕਦਾ ਹੈ ਕਿ ਉਹਦੇ ਵਾਸਤੇ ਜਿਹੜੇ ਆ ਰਿਸਪੌਂਸੀਬਲ ਹੋਣ। ਚਲੋ, ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਮਾੜਾ ਮੋਟਾ ਸਿਗਨਲ ਤੁਹਾਡੇ ਕੋਲ ਜ਼ਰੂਰ ਇਸ ਤਰ੍ਹਾਂ ਦਾ ਸੀਗਾ। ਉਹ ਕਾਰਨ ਕੋਈ ਵੀ ਹੋ ਸਕਦੇ ਆ, ਨਿੱਜੀ ਕਾਰਨ ਹੋ ਸਕਦੇ ਆ ਜਾਂ ਕਿੱਦਾਂ। ਮੈਂ ਗੁਰਪ੍ਰੀਤ ਸਿੰਘ ਜੀ ਇਹ ਪੁੱਛਣਾ ਚਾਹਾਂਗਾ, ਜਦੋਂ ਤੁਹਾਡੇ ਤੇ ਹਮਲਾ ਹੋਇਆ ਕਿ ਕਿਤੇ ਤੁਹਾਨੂੰ ਸ਼ੱਕ ਪਈ ਇਹ ਲੁੱਟ ਖੋਹ ਦੀ ਘਟਨਾ ਹੈ, ਜਾਂ ਤੁਹਾਡੇ ਕੋਲ ਕੁਝ ਫੋਨ ਖੋਇਆ ਹੋਵੇ ਜਾਂ ਤੁਹਾਡੇ ਕੋਲ ਕੁਝ ਬਟੂਆ ਖੋਹਣ ਦੀ ਕੋਸ਼ਿਸ਼ ਕੀਤੀ ਹੋਵੇ, ਇਸ ਤਰ੍ਹਾਂ ਦਾ ਕੁਝ ਉਹਨਾਂ ਨੇ ਮੰਗ ਕੀਤੀ ਸੀਗੀ? ਬਿਲਕੁਲ ਨਹੀਂ ਜੀ, ਕੁਛ ਨਹੀਂ। ਸਿੱਧਾ ਜਦੋਂ ਮੈਂ ਗੇਟ ਖੋਲਿਆ ਉਸੇ ਟਾਈਮ ਭੱਜ ਕੇ ਇੱਕਦਮ ਅਟੈਕ ਕੀਤਾ ਉਹਨਾਂ ਨੇ। ਫਿਰ ਮੇਰੇ ਹੱਥ ਦੇ ਵਿੱਚ ਫੋਨ, ਮੇਰੇ ਹੱਥ ਦੇ ਵਿੱਚ ਸੀ, ਮੇਰੇ ਹੱਥ 'ਚ ਫੋਨ ਵੀ ਨਹੀਂ ਖੋਇਆ ਗਿਆ। ਕੋਈ ਮੰਗ ਨਹੀਂ ਕੀਤੀ, ਕੋਈ ਆਵਾਜ਼ ਵੀ ਨਹੀਂ ਕੱਢੀ ਉਹਨਾਂ ਨੇ। ਅੱਛਾ, ਕੋਈ ਮੂੰਹ ਤੋਂ ਕੋਈ ਨਹੀਂ ਬੋਲਿਆ ਜਾਂ ਕਈ ਵਾਰ ਗਾਲ ਕੱਢੀ ਜਾਂ ਤੁਹਾਨੂੰ? ਕੋਈ ਨਹੀਂ ਬੋਲਿਆ, ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ? ਕੁਝ ਨਹੀਂ ਬੋਲਿਆ, ਕੁਝ ਨਹੀਂ ਮੰਗਿਆ ਵੀ ਨਹੀਂ ਉਹਨਾਂ ਨੇ ਕਿ ਅਸੀਂ ਕੌਣ ਆਏ ਆ, ਕੁਝ ਏਦਾਂ ਦਾ ਕੁਝ ਨਹੀਂ ਸੀ। ਇਹ ਬਿਲਕੁਲ ਗਲਤ ਹੋਗਾ। ਅੱਛਾ ਜੀ, ਕਿਉਂਕਿ ਉੱਥੇ ਇੱਕ ਅੰਗਰੇਜ਼ੀ ਦੀ ਅਖਬਾਰ 'ਚ ਲਿਖਿਆ ਨਾ ਤੁਹਾਡੇ ਕੋਲ ਕੋਈ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਆ, ਸੋ ਏਦਾਂ ਦੀ ਕੋਈ ਗੱਲ ਨਹੀਂ ਹੈ। ਬਿਲਕੁਲ ਗਲਤ ਹੈ ਜੀ। ਕਿੰਨੇ ਕੁ ਮਤਲਬ ਦੇਰ ਉਹਨਾਂ ਨੇ ਜਿਹੜਾ ਤੁਹਾਡੇ ਤੇ ਹਮਲਾ ਕੀਤਾ, ਜਿੱਦਾਂ ਕੋਈ ਸਕਿੰਟਾਂ ਦੀ ਖੇਡ ਆ ਕਿ 1-2 ਮਿੰਟ ਲੱਗੇ ਆ? ਕੀਤਾ ਉਹਨਾਂ ਨੇ 1-2 ਮਿੰਟ ਕੀਤਾ ਵਾ, ਬਟ ਬਹੁਤ ਜ਼ਬਰਦਸਤ ਅਟੈਕ ਕੀਤਾ, ਬਹੁਤ ਜ਼ੋਰ ਨਾਲ। ਕਿਉਂਕਿ ਬੇਸਬਾਲ ਦੇ ਨਾਲ ਮਾਰਨਾ ਉਹ ਇੱਕਦਮ ਬੰਦੇ ਨੂੰ ਹਨੇਰਾ ਹੋ ਜਾਂਦਾ। ਹਾਂਜੀ ਹਾਂਜੀ ਭੈਣ ਜੀ। ਹਾਂਜੀ, ਇਹਨਾਂ ਦਾ ਸ਼੍ਰੀ ਸਾਹਿਬ ਜੋ ਆ ਜੀ, ਉਹ ਵੀ ਜਿਹੜਾ ਹੈ ਉਹ ਵਿੰਗਾ ਹੋ ਚੁੱਕਿਆ ਹੈ, ਟੇਢਾ ਹੋ ਚੁੱਕਿਆ ਹੈ। ਉਹਦੇ ਉੱਪਰ ਵੀ ਉਹਨਾਂ ਨੇ ਹਮਲਾ ਕੀਤਾ ਹੈ। ਹੋ ਸਕਦਾ ਇਹਨਾਂ ਦੀ ਕਮਰ ਤੋੜਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਉਹ ਸ਼੍ਰੀ ਸਾਹਿਬ ਦੇ ਉੱਪਰ ਵੱਜੀ ਤੇ ਉਹ ਸਾਰੀ ਟੇਢੀ ਹੋ ਗਈ। ਦਿਖਾਓਗੇ ਸ਼੍ਰੀ ਸਾਹਿਬ ਜੀ ਲਾਗੇ ਕਰਕੇ? ਹੈਗੀ ਤੁਹਾਡੇ ਕੋਲ? ਇਹਨਾਂ ਨੇ ਹੁਣ ਦੂਸਰੀ ਵਾਲੀ ਪਾਈ ਹੋਈ ਆ ਜੀ ਇਸ ਟਾਈਮ ਤੇ।
ਅੱਛਾ ਜੀ। ਹਾਂਜੀ, ਅਗਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਲਿਆ ਕੇ ਦਿਖਾ ਸਕਦੀ ਹਾਂ ਤੁਹਾਨੂੰ। ਛੋਟੀ ਸ਼੍ਰੀ ਸਾਹਿਬ ਮਤਲਬ ਵਿੰਗੀ ਹੋ ਗਈ, ਐਡੀ ਜ਼ੋਰ ਨਾਲ ਉਹਨਾਂ ਨੇ ਉਹਦੇ ਉੱਤੇ ਮਾਰਿਆ। ਹਾਂਜੀ ਹਾਂਜੀ ਜੀ। ਵੱਖੀ 'ਚ ਵੱਜਾ ਨਾ, ਵੱਖੀ 'ਚ ਵੱਜਾ ਤੇ ਉਸ ਟਾਈਮ ਉਹ ਸ੍ਰੀ ਸਾਹਿਬ ਕਰਕੇ ਮੇਰੀ ਵੱਖੀ ਦਾ ਬਚਾਅ ਹੋ ਗਿਆ। ਚੂਲਾ ਟੁੱਟ ਸਕਦਾ ਸੀ ਉਹਦੇ ਨਾਲ, ਕੁਝ ਵੀ ਹੋ ਸਕਦਾ ਸੀ, ਜਿੰਨੇ ਜ਼ੋਰ ਨਾਲ ਉਹਨਾਂ ਨੇ ਅਟੈਕ ਕੀਤਾ। ਮੈਂ ਸਮਝ ਗਿਆ। ਇਹ ਬਹੁਤ ਹੀ ਜਿੱਦਾਂ ਮਾੜੀ ਘਟਨਾ ਆ ਇਹ। ਵੈਸੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਸ ਤਰ੍ਹਾਂ ਕਦੇ ਘਟਨਾ ਕਦੇ ਇਦਾਂ ਹੋਈ ਨਹੀਂ ਆ ਵੀ ਕੋਈ ਗੁਰਦੁਆਰੇ ਐਂਟਰ ਕਰ ਰਿਹਾ ਹੋਵੇ, ਗੇਟ ਦੇ ਉੱਤੇ ਉਹਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੋਵੇ। ਹਾਂ, ਕਈ ਵਾਰ ਜਦੋਂ ਕਿਤੇ ਹੋਰਨਾਂ ਮੁਲਕਾਂ ਦੇ ਵਿੱਚ ਜ਼ਰੂਰ ਕੋਈ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਇੱਥੇ ਜ਼ਰੂਰ ਜਿਹੜੀ ਆ ਉਹ ਲੋਕ ਅਵੇਅਰ ਹੋ ਜਾਂਦੇ ਆ, ਭਾਈ ਆਪਣਾ ਗੁਰਦੁਆਰਿਆਂ ਦੀ ਸੁਰੱਖਿਆ ਵਧਾਈਏ। ਪਰ ਹੁਣ ਤਾਂ ਇਹਨਾਂ ਦਿਨਾਂ ਦੇ ਵਿੱਚ ਕੋਈ ਇੱਦਾਂ ਦਾ ਹੈ ਹੀ ਨਹੀਂ ਆ। ਹਾਂ, ਕ੍ਰਾਈਸਟਚਰਚ ਜ਼ਰੂਰ ਜਿਹੜਾ ਹੈਗਾ ਆ ਕਿਸੇ ਵੇਲੇ ਸੁਰਖੀਆਂ ਦੇ ਵਿੱਚ ਰਿਹਾ ਆ, ਜਿਹੜਾ ਅੱਤਵਾਦੀ ਜਦੋਂ ਹਮਲਾ ਹੋਇਆ ਸੀ। ਪਰ ਆਪਣੇ ਜਿਹੜੇ ਸਿੱਖ ਅਦਾਰੇ ਆ ਉੱਥੇ ਤਾਂ ਵੈਕਸੀਨੇਸ਼ਨ ਵੀ ਲੱਗ ਰਹੀ ਆ। ਉੱਥੇ ਤਾਂ ਹੋਰ ਵੀ ਜਿਹੜੀਆਂ ਸੇਵਾਵਾਂ ਜਿਹੜੀਆਂ ਚੱਲ ਰਹੀਆਂ ਆ, ਉੱਥੇ ਤਾਂ ਮੇਰੇ ਹਿਸਾਬ ਨਾਲ ਕਿਸੇ ਨੂੰ ਕੋਈ ਇੱਦਾਂ ਦਾ ਨਹੀਂ ਲੱਗਣਾ ਚਾਹੀਦਾ ਸੀਗਾ ਵੀ ਸਵੇਰੇ ਤੜਕੇ ਉੱਠ ਕੇ ਹਮਲਾ ਕਰਨ ਜਾਵੇ। ਪਰ ਫਿਰ ਵੀ ਤੁਸੀਂ ਇਸ ਸੰਬੰਧ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਪੁੱਛਣੀ, ਉਹ ਤੁਸੀਂ ਪਲੀਜ਼ ਜ਼ਰੂਰ ਸੰਗਤ ਦੇ ਨਾਲ ਸਾਂਝੀ ਕਰ ਦਿਓ। ਕਿਸ ਤਰ੍ਹਾਂ ਦੀ ਤੁਹਾਨੂੰ ਮਦਦ ਦੀ ਲੋੜ ਆ ਜਾਂ ਕਿਸ ਤਰ੍ਹਾਂ ਦੀ ਤੁਸੀਂ ਚਾਹੁੰਦੇ ਹੈਗੇ ਆ ਹਨਾ ਆਪਣੀ ਸੁਰੱਖਿਆ ਦੇ ਵਾਸਤੇ ਕੋਈ ਅਪੀਲ ਕਰਨੀ, ਉਹ ਜ਼ਰੂਰ ਦੱਸੋ ਜੀ। ਹਾਂਜੀ, ਅਸੀਂ ਪੁਲਿਸ ਦੇ ਨਾਲ ਕੰਟੈਕਟ ਦੇ ਵਿੱਚ ਆ ਜੀ। ਉਹਨਾਂ ਨੇ ਸਾਨੂੰ ਪੂਰੀ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੋਈ ਆ ਜੀ। ਉਹ ਬਿਲਕੁਲ ਸਾਡੇ ਤੇ ਉਹਨਾਂ ਦੀ ਨਜ਼ਰ ਆ। ਬਾਕੀ ਸਤਿਗੁਰ ਸੱਚੇ ਪਾਤਸ਼ਾਹ ਦਾ ਹੱਥ ਬਿਲਕੁਲ ਸਾਡੇ ਉੱਪਰ ਆ ਤੇ ਹਮੇਸ਼ਾ ਰਹੇਗਾ। ਸਾਨੂੰ ਉਹਨਾਂ ਤੇ ਪੂਰਾ ਭਰੋਸਾ ਹੈ, ਸੱਚੇ ਪਾਤਸ਼ਾਹ ਤੇ ਸਾਨੂੰ ਪੁਲਿਸ ਦੇ ਉੱਪਰ ਪੂਰਾ ਭਰੋਸਾ ਹੈ, ਨਿਊਜ਼ੀਲੈਂਡ ਦੇ ਰੂਲਸ ਦੇ ਉੱਪਰ ਪੂਰਾ ਭਰੋਸਾ ਹੈ। ਜੋ ਵੀ ਕਲਪ੍ਰਿਟ ਆ ਉਹ ਬਹੁਤ ਜਲਦੀ ਸਭ ਦੇ ਸਾਹਮਣੇ ਆਏਗਾ ਤੇ ਅਸੀਂ ਇਹ ਆਪਣੀ ਸਾਰੀ ਸੰਗਤ ਨੂੰ, ਆਪਣੀ ਕਮਿਊਨਿਟੀ ਨੂੰ, ਜਾਂ ਬਾਕੀ ਕਹਿ ਲਓ ਕਿ ਆਸ-ਪਾਸ ਸਿਰਫ ਕਮਿਊਨਿਟੀ ਨੂੰ ਨਹੀਂ, ਪੂਰਾ ਹਿਊਮੈਨਿਟੀ ਨੂੰ ਅਸੀਂ ਜਿਹੜੀ ਆ ਇਹੋ ਜਿਹੀ ਚੀਜ਼ਾਂ ਤੋਂ ਬਚਾ ਸਕੀਏ। ਸੋ ਬਹੁਤ ਜਲਦੀ ਕਲਪ੍ਰਿਟ ਹੋਪ ਆ ਕਿ ਸਾਹਮਣੇ ਆ ਜਾਏਗਾ। ਤੋ ਬਹੁਤ ਹੈ ਤਾਂ ਦੁੱਖ ਭਰੀ ਘਟਨਾ ਹੈਗੀ ਆ, ਪਰ ਅਸੀਂ ਚਾਹਾਂਗੇ ਗੁਰੂ ਮਹਾਰਾਜ ਦਾ, ਜਿਵੇਂ ਤੁਸੀਂ ਜ਼ਿਕਰ ਕੀਤਾ, ਤੁਸੀਂ ਹੌਸਲੇ ਦੇ ਨਾਲ ਰਹੋ। ਕਿਸੇ ਤਰ੍ਹਾਂ ਦੀ ਲੋੜ ਹੋਵੇ ਤਾਂ ਤੁਸੀਂ ਜ਼ਰੂਰ, ਕਿਉਂਕਿ ਤੁਸੀਂ ਇੰਨੇ ਸਾਲ ਤੋਂ ਮੇਰੇ ਖਿਆਲ 3 ਸਾਲ ਤੋਂ ਗੁਰਪ੍ਰੀਤ ਇੱਥੇ ਆ ਰਹੇ ਹੋ, ਤੁਸੀਂ ਸੇਵਾ ਕਰ ਰਹੇ ਹੋ। 2 ਸਾਲ ਤੋਂ ਜੀ। 2 ਸਾਲ ਤੋਂ ਸੇਵਾ ਕਰ ਰਹੇ ਹੋ। ਸੰਗਤ ਨਾਲ ਤੁਹਾਡਾ ਜਿਹੜਾ ਪਿਆਰ ਵੀ ਹੋਏਗਾ ਤੇ ਸੰਗਤ ਤੁਹਾਡੀ ਸਪੋਰਟ ਦੇ ਉੱਤੇ, ਜਿੱਦਾਂ ਭੈਣ ਜੀ ਉਹਨਾਂ ਨੇ ਦੱਸਿਆ, ਉਹ ਤੁਹਾਡੇ ਨਾਲ ਵੀ ਨੇ। ਫਿਰ ਵੀ ਕਿਸੇ ਤਰ੍ਹਾਂ ਦੀ ਤੁਸੀਂ ਪੂਰੇ ਨਿਊਜ਼ੀਲੈਂਡ ਵਾਸਤੇ ਸਿੱਖ ਭਾਈਚਾਰੇ ਨੂੰ ਤੁਸੀਂ ਅਪੀਲ ਕਰਨੀ ਚਾਹੋ ਤਾਂ ਤੁਸੀਂ ਜੀ ਸਦਕੇ ਦੁਆਰਾ ਜਦੋਂ ਮਰਜ਼ੀ ਤੁਸੀਂ ਦੱਸ ਸਕਦੇ ਹੋ। ਅਸੀਂ ਜ਼ਰੂਰ ਐਜ਼ ਏ ਮੀਡੀਆ ਆਪਾਂ ਤੁਹਾਡੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਗੱਲ ਆ ਜਿਹੜੀ ਪਹੁੰਚਾਈ ਜਾਵੇ। ਸੋ ਆਉਣ ਵਾਲੇ ਸਮੇਂ 'ਚ ਜੇ ਪੁਲਿਸ ਇਨਕੁਆਇਰੀ ਕਰਕੇ ਤੁਹਾਨੂੰ ਕੋਈ ਅਪਡੇਟ ਦਿੰਦੀ ਆ ਤਾਂ ਤੁਸੀਂ ਜੇ ਆਪਣੇ ਸਲਾਹ ਕਰਕੇ ਚਾਹੋ ਤਾਂ ਤੁਸੀਂ ਸਾਨੂੰ ਜਿਹੜੀ ਆ ਜ਼ਰੂਰ ਜਾਣਕਾਰੀ ਦੇ ਦਿਓ, ਕਿਉਂਕਿ ਪੁਲਿਸ ਦੇ ਨਾਲ ਹੀ ਤੁਸੀਂ ਉਹਨਾਂ ਦੀ ਇਨਕੁਆਇਰੀ ਦੇ ਨਾਲ ਹੀ ਚੱਲਿਓ। ਕਈ ਵਾਰ ਕਿਸ ਤਰ੍ਹਾਂ ਦੀ ਜਾਣਕਾਰੀ ਕਿੰਨੀ ਕੁ ਦੇਣੀ ਆ ਉਹ ਪੁਲਿਸ ਤੁਹਾਨੂੰ ਕਈ ਵਾਰ ਡਿਸਾਈਡ ਕਰਦੀ ਆ। ਸੋ ਅਸੀਂ ਚਾਹਾਂਗੇ ਤੁਸੀਂ ਜਲਦੀ ਤੋਂ ਜਲਦੀ ਠੀਕ ਹੋ ਜਾਓ, ਰਿਕਵਰੀ ਹੋ ਜਾਵੇ, ਤੁਹਾਡੀ ਜਿਹੜੀ ਬਾਂਹ ਆ, ਤੁਹਾਡੀ ਹੱਥ ਆ, ਉਹ ਨੋਰਮਲ ਹੋ ਜਾਣ। ਪਰ ਫਿਰ ਵੀ ਕਿਉਂਕਿ ਸੱਟ ਵੱਡੀ ਆ, ਮੈਨੂੰ ਲੱਗਦਾ ਟਾਈਮ ਲੱਗੂਗਾ ਤੇ ਮਨਦੀਪ ਹੁਣਾਂ ਨੂੰ ਵੀ ਥੋੜ੍ਹਾ ਹੌਸਲਾ ਰੱਖਣ ਦੀ ਲੋੜ ਆ, ਕਿਉਂਕਿ ਇੱਕ ਜਣੇ ਦੇ ਉੱਤੇ ਕੰਮ ਦਾ ਜਿਹੜਾ ਭਾਰ ਆ ਉਹ ਪੈ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ, ਬੜਾ ਔਖਾ ਆ। ਸੋ ਹਾਂਜੀ, ਮੈਂ ਕੁਛ ਇਸੇ ਤੇ ਚਾਨਣਾ ਪਾਉਣਾ ਚਾਹਾਂਗੀ ਜੀ। ਹੁਣ ਚਲੋ ਅਸੀਂ ਕੁਝ ਡਿਸਕਲੋਜ਼ ਤਾਂ ਨਹੀਂ ਕਰ ਸਕਦੇ, ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈ ਜਿਸਨੇ ਹਮਲਾ ਕੀਤਾ ਵਾ। ਉਹ ਐਵੇਂ ਲੱਗਦਾ ਹੈ ਜੀ, ਕਿਉਂਕਿ ਜਿਸ ਤਰ੍ਹਾਂ ਇਹਨਾਂ ਦੇ ਹੱਥਾਂ ਨੂੰ ਤੋੜ ਦਿੱਤਾ ਗਿਆ, ਬਾਹਾਂ ਨੂੰ, ਕਿ ਇਹ ਕੰਮ ਨਾ ਕਰ ਸਕਣ। ਇਹ ਆਪਣੇ ਹੱਥ ਦੇ ਨਾਲ ਪ੍ਰਸ਼ਾਦਾ ਨਹੀਂ ਛਕ ਸਕਦੇ, ਪਾਣੀ ਨਹੀਂ ਪੀ ਸਕਦੇ। ਸੋ ਹੁਣ 2-3 ਮਹੀਨੇ ਤਾਂ ਇਹ ਘਰੇ ਹੀ ਰਹਿਣਗੇ ਤੇ ਇਹ ਆਪਣੇ ਆਪ ਕੁਝ ਨਹੀਂ ਕਰ ਸਕਦੇ, ਇਹਨਾਂ ਨੂੰ ਮੈਂ ਇਕੱਲਾ ਨਹੀਂ ਛੱਡ ਸਕਦੀ। ਸੋ 3 ਮਹੀਨੇ ਤਾਂ ਮੈਂ ਵੀ ਇਹਨਾਂ ਦੇ ਨਾਲ ਹੀ ਰਵਾਂਗੀ ਘਰ। ਬਾਕੀ ਸੱਚੇ ਪਾਤਸ਼ਾਹ ਨੇ ਹਰੇਕ ਦਾ ਅੰਨ ਪਾਣੀ ਰਿਜ਼ਕ ਨਾਲ ਹੀ ਰੱਖਿਆ ਹੈ। ਉਹ ਦੇਖੋ ਜੀ, ਪੱਥਰਾਂ ਵਿੱਚ ਵੀ ਸਭ ਨੂੰ ਦਿੰਦੇ ਨੇ ਤੇ ਪਾਣੀ 'ਚ ਵੀ ਦਿੰਦੇ ਆ, ਤੇ ਸਾਡਾ ਵੀ ਉਹਨਾਂ ਨੇ ਜ਼ਰੂਰ ਲਿਖਿਆ ਵਾ। ਸੋ ਗੁਰਦੁਆਰਾ ਕਮੇਟੀ ਵੱਲੋਂ ਵੀ ਸਾਨੂੰ ਮਦਦ ਮਿਲ ਗਈ ਸੀ ਉਸੇ ਦਿਨ ਜੀ। ਰਾਤ ਨੂੰ 11 ਵਜੇ ਸਾਨੂੰ ਈਮੇਲ ਆ ਗਈ ਸੀਗੀ ਕਿ ਤੁਹਾਡੇ ਰੈਜ਼ਿਗਨੇਸ਼ਨ ਦਾ ਆਖਰੀ ਦਿਨ ਰਹਿ ਗਿਆ ਵਾ ਤੇ ਉਹਦੇ ਵਾਸਤੇ ਅਸੀਂ ਤੁਹਾਨੂੰ ਪੇਡ ਜਿਹੜੀ ਆ ਉਹ ਛੁੱਟੀ ਦੇ ਦਿੱਤੀ ਜਾਊਗੀ। ਤੇ ਅਸੀਂ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਸਾਡੀ ਇੰਨੀ ਜ਼ਿਆਦਾ ਮਦਦ ਕਰ ਦਿੱਤੀ ਹੈ ਜੀ। ਜੀ, ਮੈਂ ਸਮਝਦਾ ਤੁਸੀਂ ਕਿਹੜੀ ਭਾਵਨਾ ਨਾਲ ਕਹਿ ਰਹੇ ਹੋ। ਸੋ ਹੋ ਸਕਦਾ ਉਹਨਾਂ ਦੀ ਕੋਈ ਮਜਬੂਰੀ ਹੋਵੇ ਜਾਂ ਉਹਦੇ ਵਿੱਚ ਕੋਈ ਹੋਵੇ, ਪਰ ਅਸੀਂ ਉਹਦੇ ਉੱਤੇ ਕੋਈ ਹਜੇ ਟਿੱਪਣੀ ਨਹੀਂ ਕਰਨੀ ਚਾਹਾਂਗੇ। ਪਰ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਸਹੀ ਹੋ ਜਾਓ ਤੇ ਆਪਣੇ ਦੁਆਰਾ ਕੰਮਾਂ ਕਾਰਾਂ ਤੇ ਲੱਗੋ। ਜੋ ਵੀ ਜਿਸ ਤਰ੍ਹਾਂ ਦਾ ਵੀ ਇੱਕ ਦੂਜੇ ਦੀ ਤੁਸੀਂ ਹੈਲਪ ਕਰਕੇ ਆਪਣਾ ਜਿਹੜਾ ਇੱਥੇ ਸੈਟਲ ਕਰਨਾ ਆਪਣੇ ਆਪ ਨੂੰ, ਉਹ ਤੁਹਾਡਾ ਜਿਹੜਾ ਸਫ਼ਰ ਆ ਉਹ ਜਾਰੀ ਰਹੇ। ਸੋ ਅਖੀਰ ਦੇ ਵਿੱਚ ਕੁਛ ਮਨਦੀਪ ਤੁਸੀਂ ਜਾਂ ਗੁਰਪ੍ਰੀਤ ਜੀ ਕੁਛ ਕਹਿਣਾ ਚਾਹੋ? ਬਸ ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਤ ਬਖਸ਼ਣ, ਜਿਨ੍ਹਾਂ ਨੇ ਵੀ ਇਹ ਕੰਮ ਜਿਹੜਾ ਇਹ ਕੀਤਾ ਵਾ।
ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਬਹੁਤ ਜਲਦੀ ਤੋਂ ਜਲਦੀ ਸਬਕ ਸਿਖਾਉਣ ਕਿ ਇਹੋ ਜਿਹਾ ਕੰਮ ਦੁਬਾਰਾ ਕਿਸੇ ਤੇ ਵੀ ਨਾ ਹੋਵੇ। ਬਸ ਜੀ, ਸਾਡੀ ਇੰਨੀ ਕੀ ਅਰਦਾਸ ਆ। ਥੈਂਕ ਯੂ ਜੀ। ਅਸੀਂ ਵੀ ਦੁਆ ਕਰਦੇ ਹਾਂ ਤੁਸੀਂ ਗੁਰਪ੍ਰੀਤ ਸਿੰਘ ਹੋਣੀ ਜਲਦੀ ਠੀਕ ਹੋਣ, ਕਿਉਂਕਿ ਗੁਰੂ ਮਹਾਰਾਜ ਦੇ ਨਾਲ ਜੁੜ ਕੇ ਤੇ ਇਹੋ ਜਿਹੀਆਂ ਜਿਹੜੀਆਂ ਜੇ ਘਟਨਾਵਾਂ ਹੋ ਜਾਣ ਤਾਂ ਦਿਲ ਦੇ ਵਿੱਚ ਹੋਰ ਬਹੁਤ ਸਾਰੀ ਚੀਜ਼ਾਂ ਆਉਂਦੀਆਂ। ਸਾਡੇ ਬੱਚਿਆਂ ਨੂੰ ਅਸੀਂ ਕਿਸ ਤਰ੍ਹਾਂ ਮੋਟੀਵੇਟ ਕਰਾਂਗੇ, ਸਾਰੇ ਕੁਐਸਚਨ ਇੱਕ ਦੂਜੇ ਨਾਲ ਲੜੀ ਦੇ ਵਿੱਚ ਜੁੜ ਜਾਂਦੇ ਆ ਕਿ ਗੁਰਦੁਆਰੇ ਦੇ ਵਿੱਚ ਇਹ ਘਟਨਾਵਾਂ ਹੋਣੀਆਂ ਜਾਂ ਗੁਰਦੁਆਰੇ ਦੇ ਬਾਹਰ ਹੋਣੀਆਂ, ਇੱਕ ਬਹੁਤ ਹੀ ਜਿਹੜਾ ਨੈਗੇਟਿਵ ਜਿਹੜਾ ਮੈਸੇਜ ਆ ਉਹ ਕਮਿਊਨਿਟੀ 'ਚ ਜਾਂਦਾ ਆ। ਸੋ ਅਸੀਂ ਅਪੀਲ ਵੀ ਕਰਨੀ ਚਾਹਾਂਗੇ ਪੁਲਿਸ ਨੂੰ ਵੀ, ਤੇ ਜਿਹੜੀ ਪ੍ਰਬੰਧਕ ਕਮੇਟੀ ਆ ਜਿਨ੍ਹਾਂ ਨੇ ਤੁਹਾਨੂੰ ਉੱਤੇ ਜੋਬ ਦਿੱਤੀ ਹੋਈ ਸੀ, ਉਹ ਰਲ ਕੇ ਜਿੱਦਾਂ ਤੁਹਾਡੀ ਹੈਲਪ ਕਰਨ ਤੇ ਜਿਹੜੇ ਆ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਉੱਤੇ ਕੋਸ਼ਿਸ਼ ਕਰਨ ਤੇ ਉਹ ਜਿਹੜੇ ਹਮਲਾਵਰ ਫੜੇ ਜਾਣ ਤੇ ਸੰਗਤ ਦੇ ਸਾਹਮਣੇ ਪੇਸ਼ ਕੀਤੇ ਜਾਣ। ਸੋ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਤੇ ਆਉਣ ਵਾਲੇ ਸਮੇਂ 'ਚ ਵੀ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਜਿਹੜੀ ਆ ਜ਼ਰੂਰ ਸਾਂਝੀ ਕਰਦੇ ਰਹੋ। ਅਖੀਰ ਦੇ ਵਿੱਚ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਗੱਲਬਾਤ ਸਰਵਣ ਕੀਤੀ ਆ ਭਾਈ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਜਿਹੜੀ ਉਹਨਾਂ ਨੇ ਹਮਲੇ ਦੀ ਜਿਹੜੀ ਸਾਰੀ ਕਹਾਣੀ ਦੱਸੀ ਆ। ਕ੍ਰਾਈਸਟਚਰਚ ਵਿਖੇ ਜਿਹੜਾ ਗੁਰਦੁਆਰਾ ਸਿੰਘ ਸਾਹਿਬ ਦੇ ਬਾਹਰ ਜਿਹੜਾ ਹਮਲਾ ਕਿਸ ਤਰ੍ਹਾਂ ਹੋਇਆ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਨੂੰ ਬਚਾਇਆ ਤੇ ਕਿਸ ਤਰ੍ਹਾਂ ਉਹ ਪੁਲਿਸ ਸਟੇਸ਼ਨ ਪਹੁੰਚੇ ਤੇ ਫਿਰ ਉਹਨਾਂ ਦੇ ਪਲਾਸਟਰ ਵਗੈਰਾ ਲੱਗਿਆ। ਤੇ ਇਸ ਸੰਬੰਧ ਦੇ ਵਿੱਚ ਜਾਣਕਾਰੀ ਲੈਣ ਦੇ ਵਾਸਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਜਿਹੜਾ ਸੰਪਰਕ ਕਰਕੇ ਹਟਿਆ, ਜਿਹਦੇ ਵਿੱਚ ਮੇਰੀ ਗੁਰਦੁਆਰਾ ਸਾਹਿਬ ਕਮੇਟੀ ਦੇ ਜਿਹੜੇ ਸਪੋਕਸ ਪਰਸਨ ਨੇ ਸ਼੍ਰੀ ਜਤਿੰਦਰ ਸਾਹੀ ਜੀ, ਤੇ ਜਿਹੜੇ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਸਰਦਾਰ ਚਰਨ ਸਿੰਘ ਜੀ, ਉਹਨਾਂ ਦੇ ਜਿਹੜੇ ਬੇਟੇ ਆ, ਉਹਨਾਂ ਦੇ ਨਾਲ ਉਹਨਾਂ ਦੇ ਵਿਹਾਪ ਦੇ ਉੱਤੇ ਜਿਹੜੀ ਗੱਲਬਾਤ ਹੋਈ ਆ। ਸੋ ਉਹਨਾਂ ਨੇ ਜਿਹੜਾ ਆ ਆਪਣਾ ਪੱਖ ਜਿਹੜਾ ਦੱਸਦਿਆਂ ਇਹ ਬੇਨਤੀ ਕੀਤੀ ਆ ਵੀ ਸਾਡਾ ਜਿਹੜਾ ਪੱਖ ਇਹ ਹੈਗਾ ਕਿ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਉਹ ਇਸ ਘਟਨਾ ਦੀ ਜਿਹੜੀ ਨਿਖੇਧੀ ਕਰਦੇ ਨੇ। ਭਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਉਹਦੀ ਸਮੁੱਚੀ ਕਮੇਟੀ ਵੱਲੋਂ ਜਿਹੜੀ ਆ ਉਹ ਨਿਖੇਧੀ ਕੀਤੀ ਜਾਂਦੀ ਆ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਕੁਝ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਉਹਨਾਂ ਨੂੰ ਫੋਨ ਦੇ ਉੱਤੇ ਟਰਾਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਇੱਕ ਦੋ ਬੰਦਿਆਂ ਨਾਲ ਸਿਰਫ ਗੱਲ ਹੋਈ ਆ, ਪਰ ਉਹਨਾਂ ਨੇ ਬਾਕੀ ਬੰਦਿਆਂ ਦਾ ਜਿਹੜਾ ਫੋਨ ਨਹੀਂ ਚੱਕਿਆ, ਜਿਸ ਕਰਕੇ ਉਹ ਉਹਨਾਂ ਦੇ ਘਰ ਜਿਹੜਾ ਖਬਰ ਲੈਣ ਜਿਹੜੀ ਨਹੀਂ ਜਾ ਸਕੇ, ਕਿਉਂਕਿ ਲੋਕਡਾਊਨ ਉੱਤੇ ਲੈਵਲ 2 ਲੱਗਾ ਹੋਇਆ, ਜਿਸ ਕਰਕੇ ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਜਾਂ ਉਹਨਾਂ ਨੂੰ ਧਿਆਨ ਰੱਖਣਾ ਪੈਂਦਾ। ਬਿਨਾਂ ਉਹ ਸੰਪਰਕ ਕੀਤੇ ਜਾਂ ਬਿਨਾਂ ਟਾਈਮ ਬਣਾਏ ਉਹ ਨਹੀਂ ਸੀ ਜਾਣਾ ਚਾਹੁੰਦੇ। ਇਹ ਉਹਨਾਂ ਦਾ ਜਿਹੜਾ ਪੱਖ ਹੈਗਾ। ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੁਲਿਸ ਨੂੰ ਪੂਰੀ ਜਿਹੜੀ ਆ ਸਹਿਯੋਗ ਕਰ ਰਹੇ ਹਾਂ ਇਨਕੁਆਰੀ ਦੇ ਵਿੱਚ, ਇਨਵੈਸਟੀਗੇਸ਼ਨ ਦੇ ਵਿੱਚ। ਉਹਨਾਂ ਨੇ ਉੱਥੇ ਲੋਕਲ ਜਿਹੜਾ ਅਖਬਾਰ ਦੇ ਵਿੱਚ ਵੀ ਆਪਣਾ ਜਿਹੜਾ ਪੱਖ ਰੱਖਿਆ। ਸੋ ਉਹਨਾਂ ਨੇ ਜਿਹੜੀ ਵੀਡੀਓ ਰਿਕਾਰਡਿੰਗ ਆ ਉਹ ਗੁਰਦੁਆਰਾ ਸਾਹਿਬ ਵੱਲੋਂ ਜਿਹੜੀ ਆ ਉਸੇ ਦਿਨ ਜਿਹੜੀ ਆ ਪੁਲਿਸ ਨੂੰ ਜਿਹੜੀ ਦੇ ਦਿੱਤੀ ਗਈ ਸੀ। ਤੇ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਭਾਈ ਗੁਰਪ੍ਰੀਤ ਸਿੰਘ ਹੋਣਾ ਦੀ ਜਿਹੜੀ ਆ ਸਿਹਤਯਾਬੀ ਵਾਸਤੇ ਜਿਹੜੀ ਕਾਮਨਾ ਕਰਦੇ ਹਾਂ ਤੇ ਉਹਨਾਂ ਦੀ ਸੁਰੱਖਿਆ ਵਾਸਤੇ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਹੋ ਗਈ ਆ, ਗੁਰਦੁਆਰਾ ਕਮੇਟੀ ਜਿਹੜੀ ਆ ਉਹ ਉਹਨਾਂ ਦੇ ਨਾਲ ਖੜੀ ਆ ਤੇ ਉਹਨਾਂ ਦੀ ਸੇਵਾ ਕਰਨ ਦੇ ਲਈ ਹਾਜ਼ਰ ਹੈ। ਸੋ ਉਹ ਆਉਣ ਵਾਲੇ ਦਿਨਾਂ 'ਚ ਦੁਬਾਰਾ ਫਿਰ ਸ਼ਾਇਦ ਸੰਪਰਕ ਕਰਨਗੇ ਤੇ ਹੋ ਸਕਦਾ ਉਹ ਉਹਨਾਂ ਨੂੰ ਦੁਬਾਰਾ ਘਰ ਜਾ ਕੇ ਮਿਲ ਕੇ ਆਉਣ। ਸੋ ਇਹ ਉਹਨਾਂ ਦਾ ਜਿਹੜਾ ਪੱਖ ਸੀ। ਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਪਡੇਟ ਹੋਈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੋ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਜਿਹੜਾ ਆ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੀ ਇੰਟਰਵਿਊ ਦੇ ਨਾਲ ਹੀ ਜਿਹੜਾ ਆਪਣਾ ਜਿਹੜਾ ਪੱਖ ਰੱਖਿਆ ਆ। ਸੋ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।